देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। सत श्री अकाल, दैनिक सवेरा टीवी देख रहे साडे सारे दर्शकों का स्वागत है जी। मैं हाँ पमिल भाटिया। केंद्र ਅਤੇ किसानों दरमियान चल रहा खेती कानूनों ਨੂੰ ਲੈ ਕੇ टकराਅ अपनी रफ्तार ਨਾਲ ਚੱਲਦਾ जा रहा है, पर ਅਜਿਹੇ ਸਭ ਦੇ ਵਿੱਚ ਕੇਂਦਰ ਤੋਂ ਆਈਆਂ ਦੋ ਚਿੱਠੀਆਂ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਪਹਿਲੀ ਚਿੱਠੀ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸਿੱਧੀ ਉਹਨਾਂ ਦੇ ਅਕਾਊਂਟਸ ਦੇ ਵਿੱਚ ਟ੍ਰਾਂਸਫਰ ਕਰਨ ਦੀ, ਤੇ ਦੂਸਰੀ ਚਿੱਠੀ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਰਹੱਦੀ ਜ਼ਿਲ੍ਹਿਆਂ 'ਚ ਕਿਸਾਨਾਂ ਵੱਲੋਂ यूपी बिहार तो मजदूरों ਨੂੰ ਪੰਜਾਬ ਲੈ ਕੇ ਆਂਦਾ ਜਾਂਦਾ ਹੈ ਤੇ ਬਾਅਦ ਵਿੱਚ ਉਹਨਾਂ ਨੂੰ ਡਰੱਗਸ ਦੇ ਕੇ ਬੰਦੂਆ ਮਜ਼ਦੂਰ ਬਣਾ ਕੇ ਮਜ਼ਦੂਰੀ ਕਰਵਾਈ ਜਾਂਦੀ ਹੈ। ਇੱਕ ਹੋਰ ਬਹੁਤ ਵੱਡੀ ਘਟਨਾ ਘਟੀ ਹੈ। ਸ਼੍ਰੋਮਣੀ SGPC ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਜਨਰਲ ਹਾਊਸ ਦੀ ਮੀਟਿੰਗ ਵਿੱਚ, ਜਿਸ ਦੇ ਵਿੱਚ RSS ਦੇ ਖਿਲਾਫ ਇਹ ਮਤਾ ਹੋਇਆ ਹੈ ਔਰ ਇਹ ਗੱਲ ਕਹੀ ਗਈ ਹੈ ਕਿ RSS ਦੇਸ਼ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। RSS ਨੂੰ ਬੈਨ ਕਰਨ ਤੱਕ ਦੀ ਗੱਲ ਵੀ ਸਾਹਮਣੇ ਆਈ ਹੈ। ਸਾਡੇ ਨਾਲ ਬੀਜੇਪੀ ਦੇ ਬਹੁਤ ਹੀ ਖਾਸ ਮਹਿਮਾਨ ਸਟੂਡੀਓ ਦੇ ਵਿੱਚ ਲਾਈਵ ਜੁੜ ਰਹੇ ਨੇ। ਉਹਨਾਂ ਦੇ ਨਾਲ ਇਹਨਾਂ तमाम ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ ਬੀਜੇਪੀ ਤੇ ਉੱਠਦੇ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਲਿਮਿਟਿਡ ਸਮੇਂ ਦੇ ਵਿੱਚ ਲੈ ਸਕੀਏ। ਸਾਡੇ ਨਾਲ ਨੈਸ਼ਨਲ SC ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਜੁੜ ਰਹੇ ਨੇ। ਸਾਂਪਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਸਾਂਪਲਾ ਸਾਹਿਬ, ਮੇਰਾ ਪਹਿਲਾ ਸਵਾਲ SC ਸਕਾਲਰਸ਼ਿਪ ਨੂੰ ਲੈ ਕੇ ਹੈਗਾ। SC ਸਕਾਲਰਸ਼ਿਪ ਨੂੰ ਲੈ ਕੇ ਹੁਣ ਸਟੂਡੈਂਟਸ ਦੇ ਵਿੱਚ ਬੜੀ ਅਸਹਿਜਤਾ ਬਣੀ ਹੋਈ ਹੈ। ਸੈਂਟਰ ਸਰਕਾਰ ਨੇ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਬੈਨੀਫਿਟ ਦੇਣਾ ਸੀ ਉਹਨੂੰ ਘੱਟ ਕਰ ਦਿੱਤਾ ਤੇ ਸਟੇਟ ਗਵਰਨਮੈਂਟ ਨੇ ਵੀ ਕਾਫੀ ਹੱਦ ਤੱਕ ਪੈਰ ਪਿੱਛੇ ਖਿੱਚ ਲਿਆ। ਹੁਣ ਸਟੂਡੈਂਟਸ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ। ਪੋਰਟਲ ਵੀ ਆਨਲਾਈਨ ਪੋਰਟਲ ਜਿੱਥੇ ਸਟੂਡੈਂਟਸ ਦੀ ਐਡਮਿਸ਼ਨ ਹੋਣੀ ਸੀ ਦਲਿਤਾਂ ਦੀ, ਉਹ ਵੀ ਸਮੇਂ ਤੋਂ ਪਹਿਲਾਂ ਬੰਦ ਹੋ ਗਿਆ ਤੇ ਦਲਿਤਾਂ ਦੇ ਬੱਚਿਆਂ ਨੂੰ ਹੁਣ ਕਿਸ ਪਾਸੇ ਜਾਈਏ ਇਹਦਾ ਰਸਤਾ ਨਜ਼ਰ ਨਹੀਂ ਆ ਰਿਹਾ। ਇਸ ਤਰ੍ਹਾਂ ਕਿ ਪਹਿਲਾਂ ਤੁਸੀਂ ਇੱਕ ਬਹੁਤ ਲੰਬਾ ਇੱਕ ਸਵਾਲਾਂ ਦੀ ਝੜੀ ਸੀ, ਇੱਕ ਤੁਹਾਡੇ ਇੱਕ ਸਵਾਲ ਦੇ ਵਿੱਚ 7-8 ਸਵਾਲ ਇਕੱਠੇ ਨੇ, ਸਾਰੇ ਪੁੱਛੂੰਗਾ ਬਾਅਦ ਚ। ਔਰ ਇੱਕ ਸੀ 2017 ਤੋਂ ਸਕੀਮ ਕਿਉਂ ਬੰਦ ਹੋਈ, ਘੁਟਾਲਾ ਸੀ। ਇਹਦੇ 'ਚ ਤਾਂ ਘੁਟਾਲਾ ਕਿਸੇ ਹੋਰ ਨੇ ਨਹੀਂ ਉਜਾਗਰ ਕੀਤਾ। ਉਸੇ ਮਹਿਕਮੇ ਦਾ ਜਿਹੜਾ ਸੈਕਟਰੀ ਔਰ ਐਡੀਸ਼ਨਲ ਜਿਹੜਾ ਚੀਫ ਸੈਕਟਰੀ ਲੈਵਲ ਦਾ ਅਧਿਕਾਰੀ ਹੈ ਜਿਹੜਾ ਉਸ ਮਹਿਕਮੇ ਨੂੰ ਦੇਖਦਾ ਸੀ, ਉਸਨੇ ਹੀ, ਕਿਉਂਕਿ ਉਹਦੀਆਂ ਅੱਖਾਂ ਦੇ ਮੂਹਰੇ ਹੀ ਸਾਰਾ ਕੰਮ ਹੋ ਰਿਹਾ ਸੀ ਔਰ ਉਹਨੇ ਹੀ ਇਸ ਘੁਟਾਲੇ ਨੂੰ ਉਜਾਗਰ ਕੀਤਾ ਸੀ, ਜਿਹਨੂੰ ਬਾਅਦ ਦੇ ਵਿੱਚ ਸਾਈਡਲਾਈਨ ਕਰਕੇ ਇੱਕ ਸਾਈਡ ਕਰ ਦਿੱਤਾ ਔਰ ਇਨਕੁਆਰੀ ਵੀ ਉਹਨਾਂ ਨੇ ਕੀਤੀ ਜਿਨ੍ਹਾਂ ਨੂੰ ਦੋਸ਼ੀ ਮੰਨਿਆ ਸੀ ਔਰ ਉਸ ਕਰਕੇ ਬਾਅਦ 'ਚ ਕਲੀਨ ਚਿੱਟ ਵੀ ਦਿੱਤੀ। ਔਰ ਪੰਜਾਬੀ ਦੀ ਇੱਕ ਕਹਾਵਤ ਹੈ, ਪਿੰਡਾਂ 'ਚ ਮਾਵਾਂ ਧੀਆਂ ਮਾਲਣਾ ਤਾਂ ਪਿਓ ਪੁੱਤ ਜਾਂਝੀ, ਭਾਵ ਆਪੇ ਹੀ ਆਪਸ ਵਿੱਚ ਸਾਰਾ ਕੁਝ ਕਰਕੇ ਉਹਨਾਂ ਨੇ ਫੈਸਲੇ ਵੀ ਦਿੱਤੇ, ਜਦ ਕਿ ਹਕੀਕਤ ਇਹ ਨਹੀਂ। ਔਰ ਅਸੀਂ ਉਹਦੇ ਤੇ ਰਿਪੋਰਟ ਹੁਣ ਤਲਬ ਕੀਤੀ ਹੈ, ਅਧਿਕਾਰੀਆਂ ਨੂੰ ਕਿਹਾ ਕਿ ਇਹਦੇ ਤੇ ਰਿਪੋਰਟ ਮੰਗਾ ਕੇ ਅਸੀਂ ਜੇਕਰ ਕੋਈ ਉਹਦੇ ਚ ਸਾਹਮਣੇ ਕੋਈ ਚੀਜ਼ ਆਈ ਤੱਥਾਂ ਦੇ ਹਿਸਾਬ ਨਾਲ ਅਸੀਂ ਉਹਦੇ ਤੇ ਕਾਰਵਾਈ ਵੀ ਕਰਾਂਗੇ। ਉਹ ਸਾਰੇ ਮਸਲੇ ਤੇ ਰਿਪੋਰਟ ਮੰਗੀ ਹੈ ਤੁਸੀਂ? ਰਿਪੋਰਟ ਮੰਗੀ ਹੈ। ਓਕੇ। ਦੂਸਰਾ ਸਵਾਲ ਸੀ ਕਿ 2017 ਤੋਂ ਸਕੀਮ ਬੰਦ ਕਰਤੀ ਕੇਂਦਰ ਸਰਕਾਰ। ਮੈਂ ਸਾਂਪਲਾ ਸਾਹਿਬ ਤੁਸੀਂ ਇਹਦੀ ਥੋੜੀ ਕਲੈਰਿਟੀ ਕਰ ਦਿਓ। ਉਸ ਮਸਲੇ ਤੇ ਤੁਸੀਂ ਰਿਪੋਰਟ ਮੰਗੀ ਹੈ, ਕਦੋਂ ਤੱਕ ਰਿਪੋਰਟ ਮੰਗੀ ਹੈ, ਕਿ ਇਨਕੁਆਇਰੀ ਕਰਵਾ ਰਹੇ ਹੋ ਉਸ ਮਸਲੇ ਦੇ ਉੱਤੇ? ਕਿਉਂਕਿ ਉਹਦੇ ਵਿੱਚ ਇੱਕ ਮਿਨਿਸਟਰ ਦਾ ਨਾਮ ਵੀ ਆਇਆ ਸੀ, ਸਿਟਿੰਗ ਮਿਨਿਸਟਰ ਦਾ, ਕਿ ਉਹ ਵੀ ਇਨਕੁਆਇਰੀ ਹੋਏਗੀ? ਦੁਬਾਰਾ ਖੋਲ ਰਹੇ ਹੋ ਫਾਈਲਾਂ, ਕੀ ਕਰ ਰਹੇ ਹੋ? ਪਹਿਲਾਂ ਅਸੀਂ ਕੇਂਦਰ ਸਰਕਾਰ ਤੋਂ ਜਿਹੜੀ ਹੈ ਮਹਿਕਮੇ ਤੋਂ ਸੋਸ਼ਲ ਜਸਟਿਸ ਤੋਂ ਰਿਪੋਰਟ ਮੰਗੀ ਹੈ। ਉਹ 15 ਦਿਨਾਂ ਦੇ ਵਿੱਚ, ਅਸੀਂ 1 ਮਹੀਨੇ ਦਾ ਟਾਈਮ ਦਿੱਤਾ ਸੀਗਾ ਔਰ ਲਗਭਗ 15 ਕੁ ਦਿਨ ਹੋਰ ਬਾਅਦ ਤੱਕ ਉਹ ਆ ਜਾਏਗੀ। ਉਸ ਤੋਂ ਬਾਅਦ ਹੀ ਅਸੀਂ ਇਹਦੇ ਤੇ ਅਗਲੀ ਕਾਰਵਾਈ ਕਰ ਰਹੇ ਹਾਂ, ਕਿਉਂਕਿ ਕੇਂਦਰ ਸਰਕਾਰ ਨੇ ਵੀ ਪੈਸਾ ਕੇਂਦਰ ਸਰਕਾਰ ਦਾ ਹੈ, ਰਿਪੋਰਟ ਵੀ ਉਹਨਾਂ ਦੇ ਕੋਲ ਹੋਣੀ ਚਾਹੀਦੀ ਤੇ ਉਸ ਨੂੰ ਉਹਨਾਂ ਦਾ ਕੀ ਕਹਿਣਾ ਇਹਦੇ ਉੱਤੇ, ਉਸ ਤੋਂ ਬਾਅਦ ਹੀ ਸਾਡਾ ਉਹਦੇ ਤੇ ਅਧਿਕਾਰ ਬਣਦਾ। ਕੇਸ ਦੀ ਸਟੇਟਸ ਰਿਪੋਰਟ ਲੈ ਰਹੇ ਹੋ ਫਿਲਹਾਲ? ਸੋ ਇਹਦੇ ਤੇ ਜਦੋਂ ਸਾਨੂੰ ਕੇਂਦਰ ਸਰਕਾਰ ਦਾ ਸਟੇਟਸ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਉਹਦੇ ਤੇ ਕੋਈ ਚਰਚਾ ਕਰਨ ਲਈ ਅੱਗੇ ਵਧਾਂਗੇ। ਇਨਕੁਆਇਰੀ ਕਰਾਓਗੇ? ਨਿਸੰਦੇਹ ਅਗਰ ਉਹਦੇ 'ਚ ਹੋਏਗੀ ਤਾਂ ਕਾਨੂੰਨੀ ਜਿਹੜੀ ਉਹਦੀ ਮਰਿਆਦਾ 'ਚ ਰਹਿੰਦੇ ਹੋਏ ਜੋ ਅਸੀਂ ਕਰ ਸਕਦਾ ਕਮਿਸ਼ਨ ਉਹ ਸਭ ਕੁਝ ਕਰਾਂਗੇ ਔਰ ਉਹਦੇ 'ਚ ਅਗਰ ਕੋਈ ਦੋਸ਼ੀ ਵੀ ਹੋਏਗਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ। ਪਰ ਪਹਿਲਾਂ ਸਾਨੂੰ ਇਹ ਦੇਖਣਾ ਪਏਗਾ ਕਿ ਇਹਦਾ ਸਟੇਟਸ ਕੀ ਹੈ ਔਰ ਕੇਂਦਰ ਦੀ ਕੀ ਰਿਪੋਰਟ ਆ ਰਹੀ ਹੈ। ਠੀਕ ਹੈ। ਦੂਸਰੀ ਗੱਲ ਇਹ ਕਿ ਜਿਹੜੀਆਂ SC ਸਟੂਡੈਂਟਸ ਦੀਆਂ ਐਡਮਿਸ਼ਨਸ ਪੋਰਟਲ ਦੇ ਜ਼ਰੀਏ ਹੋ ਰਿਹਾ ਸੀ, ਪੋਰਟਲ ਇਸ ਲਈ ਸੀਗਾ ਕਿ ਸਾਰਾ ਕੁਝ ਟਰਾਂਸਪੇਰੈਂਟ ਹੋਏਗਾ, ਪਾਰਦਰਸ਼ੀ ਢੰਗ ਦੇ ਨਾਲ ਹੋਏਗਾ। ਪੋਰਟਲ ਜਿਹੜਾ ਹੈਗਾ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤਾ ਗਿਆ, ਸ਼ਾਇਦ 31 ਮਾਰਚ ਤੱਕ ਚੱਲਣਾ ਸੀਗਾ, ਪਰ ਬਹੁਤ ਪਹਿਲੇ ਪੋਰਟਲ ਬੰਦ ਹੋ ਗਿਆ। ਬਹੁਤ ਸਾਰੇ ਜਿਹੜੇ ਦਲਿਤ ਵਿਦਿਆਰਥੀ ਨੇ ਉਹਨਾਂ ਦੀ ਐਡਮਿਸ਼ਨ ਨਹੀਂ ਹੋ ਪਾਈ। ਹਾਲਾਂਕਿ ਕਈ ਵਿਦਿਆਰਥੀ ਐਸੇ ਨੇ ਜਿਹੜੇ ਫਸਟ ਈਅਰ ਸੈਕੰਡ ਈਅਰ ਕਰ ਗਏ, ਫਾਈਨਲ ਈਅਰ 'ਚ ਐਡਮਿਸ਼ਨ ਹੋਣੀ ਸੀ, ਪੋਰਟਲ ਸਮੇਂ ਤੋਂ ਪਹਿਲਾਂ ਬੰਦ ਹੋਣ ਦੀ ਵਜ੍ਹਾ ਨਾਲ ਉਹ ਐਡਮਿਸ਼ਨ ਨਹੀਂ ਹੋ ਪਾਈ।
ਉਹਨਾਂ ਨੂੰ ਹੁਣ ਮਹਿੰਗੀਆਂ ਫੀਸਾਂ ਮਜਬੂਰਨ ਭਰਨੀਆਂ ਪੈ ਰਹੀਆਂ ਨੇ, ਕਈਆਂ ਨੂੰ ਕਰਜ਼ੇ ਚੁੱਕ ਕੇ, ਜਾਂ ਕਈ ਲੋਕ ਉਹ ਭਰ ਹੀ ਨਹੀਂ ਪਾ ਰਹੇ। ਤੁਸੀਂ ਹੁਣ ਇਸ ਬਾਰੇ ਕੀ ਕੁਝ ਸੋਚ ਰਹੇ ਹੋ ਜਾਂ ਇਸ ਬਾਰੇ ਕੋਈ ਜਾਣਕਾਰੀ ਲੈ ਰਹੇ ਹੋ? ਦੇਖੋ, ਪਹਿਲਾਂ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਸਾਡਾ ਕਿਸੇ ਚੀਜ਼ ਦੀ ਪਾਲਿਸੀ ਬਣਾਉਣਾ ਸਾਡਾ ਕੰਮ ਨਹੀਂ ਹੈ। ਸਾਡਾ ਕੰਮ ਪਾਲਿਸੀ ਨੂੰ ਇੰਪਲੀਮੈਂਟ ਹੁੰਦਿਆਂ ਦੇਖਣਾ, ਉਹਦੇ 'ਚ ਕੋਤਾਹੀ ਨਾ ਹੋਵੇ ਉਹ ਦੇਖਣਾ ਹੁੰਦਾ। ਸੋ ਜਿੱਥੇ ਤੱਕ ਇਸ ਮਸਲੇ ਦੇ ਵਿੱਚ ਮੈਨੂੰ ਪੰਜਾਬ ਦੇ ਕੁਝ ਸਟੂਡੈਂਟ ਆਣ ਕੇ ਮਿਲੇ ਵੀ ਸੀ, ਔਰ ਜਦੋਂ ਉਹ ਮਿਲੇ ਤਾਂ ਮੈਂ ਉਸੇ ਵੇਲੇ, ਕਿਉਂਕਿ ਮੈਂ ਉਸ ਮਹਿਕਮੇ ਦਾ ਮੰਤਰੀ ਵੀ ਰਿਹਾ, ਔਰ ਇਹਨੂੰ ਜ਼ਿਆਦਾ ਕਾਗਜ਼ੀ ਕਾਰਵਾਈ ਨਾ ਕਰਦੇ ਹੋ ਮੈਂ ਸਿੱਧਾ ਉੱਥੇ ਆਪਣੇ ਅਧਿਕਾਰੀਆਂ ਨੂੰ ਫੋਨ ਕੀਤਾ ਸੀ ਕਿ ਵੀ ਇਹਦਾ ਕੀ ਸਟੇਟਸ ਹੈ। ਤਾਂ ਉਹਨਾਂ ਨੇ ਜੋ ਮੈਨੂੰ ਜਾਣਕਾਰੀ ਦੱਸੀ, ਔਰ ਉਹ ਨੂੰ ਦੇਖ ਕੇ ਬੜਾ ਅਜੀਬ ਜਿਹਾ ਵੀ ਲੱਗਦਾ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਾਂ ਸੂਬਾ ਸਰਕਾਰਾਂ ਨੂੰ ਕਿਹਾ ਕਿ 31 ਮਾਰਚ ਤੱਕ ਤੁਸੀਂ ਜੋ ਸਾਨੂੰ ਸਟੇਟਸ ਦੇ ਦਿਓ, ਮੰਨ ਲਓ 31 ਮਾਰਚ ਹੈ ਤਾਂ ਪਹਿਲੀ 2 ਨੂੰ ਜੋ ਵੀ ਸਟੇਟਸ ਸਾਨੂੰ ਦੇ ਦਿਓ, ਕਿੰਨੀ ਐਡਮਿਸ਼ਨ ਹੋਈ ਕਿੰਨੀ ਨਹੀਂ, ਅਸੀਂ ਐਜ਼ ਇਟ ਇਜ਼ ਮੰਨ ਲਾਂਗੇ। ਪਰ 31 ਮਾਰਚ ਤੱਕ ਤੁਸੀਂ ਜੋ ਕਰਨਾ ਹੈ ਉਹ ਮੰਨ ਲਓ ਕਰਨਾ, ਉਹ ਤੁਹਾਡਾ ਕੰਮ ਹੈ। ਉਸ ਤੋਂ ਬਾਅਦ ਅਸੀਂ ਬੰਦ ਕਰਾਂਗੇ। ਪਰ ਪੰਜਾਬ ਦੇ ਵਿੱਚ ਮੈਂ ਦੇਖਿਆ ਜੋ ਸਟੂਡੈਂਟ ਨੇ ਆਣ ਕੇ ਦੱਸਿਆ ਕਿ ਉਹ 15 ਨੂੰ ਬੰਦ ਕਰਤਾ, ਕਿਸੇ ਨੇ ਆਣ ਕੇ ਕਿਸੇ ਜਗ੍ਹਾ ਤੇ 18 ਨੂੰ ਬੰਦ ਕਰਤਾ, ਕਿਸੇ ਜਿੱਦਾਂ ਮੈਡੀਕਲ ਵਾਲਿਆਂ ਦਾ 15 ਨੂੰ ਕਹਿੰਦੇ ਬੰਦ ਕਰਤਾ ਸੀ, 15 ਮਾਰਚ ਨੂੰ ਹੀ। ਤੇ ਉਹ ਮੈਨੂੰ ਬੜਾ ਅਜੀਬ ਜਿਹਾ ਲੱਗਾ ਕਿ ਜਦੋਂ ਕੇਂਦਰ ਸਰਕਾਰ ਨੇ ਪੈਸਾ ਦੇਣ ਨੂੰ ਤਿਆਰ ਹੈ, ਔਰ ਉਹ ਜਿਹੜਾ ਪੈਸਾ 60% ਉਹਨਾਂ ਨੇ ਦੇਣ ਦੀ ਜਿਹੜੀ ਪਾਲਿਸੀ ਨਵੀਂ ਦੇ ਵਿੱਚ ਆਣਾ ਦੇਣਾ ਆ, ਔਰ ਇੱਥੇ ਜਿਹੜਾ ਸੂਬਾ ਸਰਕਾਰਾਂ ਨੇ ਇਸੇ ਕਰਕੇ ਪੋਰਟਲ ਨੂੰ ਬੰਦ ਕਰ ਦਿੱਤੀ ਕਿ ਉਹਦਾ 40% ਦੇਣਾ ਪੈਣਾ। ਇਹ ਇੱਕ ਗਲਤ ਰਵੱਈਆ ਜਿਹੜਾ ਦੇਖਣ ਨੂੰ ਮਿਲਿਆ। ਔਰ ਜਦ ਕਿ ਮੇਰੇ ਕੋਲ ਕਾਲਜ ਵਾਲਿਆਂ ਨੂੰ ਮੈਨੂੰ ਆਏ ਸੀ, ਜਾਂ ਕੁਝ ਕਾਲਜਾਂ ਦੇ ਬੱਚੇ ਵੀ ਆਏ, ਕੁਝ ਕਾਲਜ ਵਾਲੇ ਵੀ ਆਏ, ਤਾਂ ਮੈਂ ਕਿਹਾ ਇਹ ਤਾਂ ਤੁਸੀਂ, ਕਿਉਂਕਿ ਇਹ ਪਾਲਿਸੀ ਮੈਟਰ ਹੈ, ਇਹਦੇ 'ਚ ਸਿੱਧਾ ਤੌਰ ਤੇ ਅਸੀਂ ਦਖਲ ਨਹੀਂ ਦੇ ਸਕਦੇ, ਕਿਉਂਕਿ ਪਰ ਤੁਸੀਂ ਜਾ ਕੇ ਸੂਬਾ ਸਰਕਾਰ ਦੇ ਨਾਲ ਇਹ ਗੱਲ ਕਰੋ ਕਿ ਤੁਸੀਂ ਇਹ 15 ਨੂੰ ਕਿਉਂ ਬੰਦ ਕਰ ਰਹੇ ਹੋ। ਔਰ ਇਹਦੇ ਨਾਲ ਜੇ ਹਰ ਸਾਲ ਲਗਭਗ 3 ਲੱਖ ਤੋਂ ਵੱਧ ਜਿਹੜੀ ਆ ਐਡਮਿਸ਼ਨ ਹੁੰਦੀ ਹੈ, ਔਰ ਇਸ ਕਰਕੇ ਲਗਭਗ ਅਸੀਂ ਕਹਿ ਸਕਦੇ ਹਾਂ ਕਿ 40% ਦੇ ਕਰੀਬ ਐਡਮਿਸ਼ਨ ਤੋਂ ਬੱਚੇ ਰਹਿ ਗਏ। 40% ਦਾ ਮਤਲਬ 1 ਲੱਖ ਤੋਂ ਵੱਧ ਬੱਚੇ, 1,20,000 ਦੇ ਕਰੀਬ ਪੰਜਾਬ ਦੇ ਵਿੱਚ 40% ਬੱਚੇ ਐਡਮਿਸ਼ਨ ਤੋਂ ਰਹਿ ਗਏ। ਕਿਉਂਕਿ ਜਿਹੜੇ 15 ਮਾਰਚ ਤੋਂ 31 ਮਾਰਚ 16 ਦਿਨ ਬੰਦੇ, 16 ਦਿਨ ਬਹੁਤ ਹੁੰਦੇ ਆ। 16 ਦਿਨਾਂ ਦੇ ਵਿੱਚ ਜਿਨ੍ਹਾਂ ਨੇ ਬੱਚਿਆਂ ਨੇ ਕਰਨਾ ਸੀ ਉਹ ਨਹੀਂ ਕਰ ਪਾਏ, ਔਰ ਉਹਦਾ ਜਿਹੜਾ ਖਮਿਆਜਾ ਜਿਹੜਾ ਉਹ SC ਵਰਗ ਦੇ ਬੱਚਿਆਂ ਨੇ ਜਿਹੜਾ ਉਹਨਾਂ ਨੂੰ ਚੁੱਕਣਾ ਪੈ ਰਿਹਾ, ਔਰ ਜੋ ਕਿ ਉਹਨਾਂ ਨੂੰ ਕੰਪਨਸੇਟ ਕਰ ਸਕਦੇ ਹੋ ਕਿਸੇ ਤਰ੍ਹਾਂ ਨਾਲ। ਭਾਗਾ ਵੀ ਇਹ ਕਰਨਾ ਕੰਮ ਸੂਬਾ ਸਰਕਾਰ ਦਾ ਹੈ, ਔਰ ਕੇਂਦਰ ਸਰਕਾਰ ਨੂੰ ਆਪਣੇ ਬਾਹਰ ਲਾਉਣਾ। ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਪਾਲਿਸੀ ਇੰਪਲੀਮੈਂਟ ਹੋ ਰਹੀ ਹੈ, ਸਹੀ ਤਰ੍ਹਾਂ ਨਹੀਂ ਹੋ ਰਹੀ, ਇਹ ਦੇਖਣਾ ਕਮਿਸ਼ਨ ਦਾ ਕੰਮ ਹੈ। ਹੁਣ ਜਿਹੜੇ ਵਿਦਿਆਰਥੀਆਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਕੰਪਨਸੇਸ਼ਨ ਕਿਵੇਂ ਮਿਲੇਗੀ? ਕਿਉਂਕਿ ਇਹਦੇ ਵਿੱਚ ਸੈਂਟਰ ਸਰਕਾਰ ਵੀ ਦੋਸ਼ੀ ਹੈ ਕਿ ਸੈਂਟਰ ਸਰਕਾਰ ਨੇ 60% ਤੇ ਲੈ ਦਿੰਦਾ, ਔਰ ਉਸ ਤੋਂ ਵੀ ਹੁਣ ਹੱਥ ਪਿੱਛੇ ਖਿੱਚ ਰਿਹਾ ਕਿ ਅਸੀਂ 60% ਤੋਂ ਵੀ ਆਪਣਾ ਸ਼ੇਅਰ ਘੱਟ ਕਰ ਦਈਏ। ਉਹਦਾ ਰੀਜ਼ਨ ਇਹ ਹੋਇਆ ਕਿ ਸਟੇਟ ਗਵਰਨਮੈਂਟਸ ਦੇ ਉੱਤੇ ਬਰਡਨ ਵਧਿਆ ਤੇ ਉਹਨਾਂ ਨੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ। ਇਹਨੂੰ ਦੋਨੋਂ ਸਟੇਸ਼ਨ, ਸੈਂਟਰ ਵਰਸਸ ਸਟੇਟ ਦੇ ਵਿੱਚ ਦਲਿਤ ਵਿਦਿਆਰਥੀ ਪਿਸ ਗਏ। ਪਹਿਲਾਂ ਤਾਂ ਪਮਿਲ ਜੀ ਮੈਂ ਤੁਹਾਨੂੰ ਕਲੀਅਰ ਕਰ ਦਿਆਂ, ਜਿਹੜੀ ਤੁਹਾਡੀ ਉਹ ਸਟੇਟਮੈਂਟ ਸੀ ਮੈਂ ਉਹਦੇ ਨਾਲ ਸਹਿਮਤ ਨਹੀਂ ਆ ਕਿ ਸੈਂਟਰ ਨੇ ਹੱਥ ਖਿੱਚਿਆ 60 ਤੇ ਲੈ ਆਂਦਾ, ਹੁਣ 7 ਤੋਂ ਵੀ ਪਿੱਛੇ ਕਰ ਰਿਹਾ। ਐਸੀ ਕਿਤੇ ਵੀ ਜੇ ਕੋਈ ਕਹਿ ਰਿਹਾ ਉਹ ਝੂਠ ਬੋਲ ਰਿਹਾ। ਠੀਕ। ਨੰਬਰ 1, ਇਸ ਸਕੀਮ ਨੂੰ 2012 ਦੇ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਨੇ ਲਿਆਂਦਾ ਸੀ, ਔਰ ਇਹ 5 ਸਾਲ ਲਈ ਲਿਆਂਦੀ ਸੀ, ਔਰ ਸਕੀਮ ਦੀਆਂ ਸ਼ਰਤਾਂ ਦੇ ਅਨੁਸਾਰ ਇਹ ਸੀ ਕਿ ਜੋ 5 ਸਾਲ ਬਾਅਦ ਜੋ ਸੂਬਿਆਂ ਦੀ ਡਿਮਾਂਡ ਹੋਏਗੀ ਉਹੀ ਉਹਨਾਂ ਸੂਬਿਆਂ ਦੀ ਲਾਇਬਿਲਿਟੀ ਹੋਏਗੀ, ਔਰ ਜਿਹੜੀ ਲਾਇਬਿਲਿਟੀ ਹੋਈ ਉਸ ਤੋਂ ਵੱਧ ਜਿੰਨਾ ਵੀ ਹੋਏਗਾ ਉਹ ਕੇਂਦਰ ਸਰਕਾਰ ਦੇਗੀ। ਇਹ ਪਾਲਿਸੀ ਕਿਹਨੇ ਬਣਾਈ ਸੀ? UPA ਦੀ ਕਾਂਗਰਸ ਦੀ ਸਰਕਾਰ ਨੇ, ਔਰ ਉਸ ਨੇ 5 ਸਾਲ ਲਈ ਇਸ ਯੋਜਨਾ ਨੂੰ ਇੰਪਲੀਮੈਂਟ ਕੀਤਾ ਸੀ, ਔਰ ਉਸ ਨੂੰ ਅੱਗੇ ਚੱਲਦਾ ਰਹਿਣ ਦਿੱਤਾ। ਇਹ ਸਾਡੀ ਸਰਕਾਰ ਨੇ ਕੀਤਾ ਸੀ। ਪਰ ਇੱਥੇ ਮੈਂ ਇੱਕ ਹੋਰ ਵੀ ਦੱਸ ਦਿਆਂ ਕਿ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਕਿ ਘੁਟਾਲਿਆਂ ਦੇ ਕਰਕੇ ਇੱਕ ਪਹਾੜ ਜਿਹੜਾ ਇਹਨਾਂ ਨੇ ਆਪਣੀ ਲਾਇਬਿਲਿਟੀ, ਇੱਕ ਡਿਮਾਂਡ ਖੜੀ ਕਰਤੀ ਕਿਉਂਕਿ ਵਿੱਚ ਘੁਟਾਲੇ ਹੋ ਰਹੇ ਸੀ। ਹੁਣ 788 ਕਰੋੜ ਭਾਵ 800 ਕਰੋੜ ਰੁਪਏ ਦੀ ਇਹਨਾਂ ਦੀ 5 ਸਾਲ ਬਾਅਦ ਦੀ ਡਿਮਾਂਡ ਸੀ। ਜਦੋਂ ਸੂਬਾ ਸਰਕਾਰ ਉਹਦੇ ਤੇ ਕੋਈ ਬਣਾਉਂਦੀ ਹੈ ਸਕੀਮ ਤੇ ਉਹ ਕਹਿੰਦੀ ਹੈ 600 ਕਰੋੜ ਰੁਪਏ ਬਜਟ 'ਚ ਰੱਖਿਆ। ਜਦ 800 ਕਰੋੜ ਦੀ ਤੁਹਾਡੀ ਡਿਮਾਂਡ ਸੀ ਕੇਂਦਰ ਕੋਲੋਂ ਤੇ ਤੁਸੀਂ 600 ਕਰੋੜ ਦਾ ਕਿਉਂ ਬਜਟ ਰੱਖਿਆ? ਉਹਦੇ 'ਚ ਵੀ ਤੁਸੀਂ ਪ੍ਰਾਈਵੇਟਾਂ ਨੂੰ 40% 60% ਦਿਓਗੇ, ਬਾਕੀ ਕੌਣ ਦੇਗਾ? ਇਹ ਤੈਅ ਨਹੀਂ ਕੀਤਾ। ਸੋ ਹੁਣ ਜਦੋਂ ਅਸੀਂ, ਕਿਉਂਕਿ ਉਹ ਸਕੀਮ 17 ਤੋਂ ਅੱਗੇ ਤੱਕ ਵੀ ਚੱਲਦੀ ਰਹੀ,
ਜਿਹੜੀ 17 ਚ ਡਿਮਾਂਡ ਸੀ ਸੂਬਾ ਸਰਕਾਰਾਂ ਦੀ ਉਹ ਅੱਗੇ ਚਲਦੀ ਰਹਿਣੀ ਸੀ। ਜਿਹੜੀ ਸੂਬਾ ਉਦੋਂ ਬਾਅਦ ਦਾ ਸੀ ਉਹ ਕੇਂਦਰ ਸਰਕਾਰ ਨੇ ਦੇਣਾ ਸੀ ਐਜ਼ ਪਰ ਮਨਮੋਹਨ ਸਿੰਘ ਦੀ ਪਾਲਿਸੀ। ਸਰਦਾਰ ਮਨਮੋਹਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ, ਕਾਂਗਰਸ ਸਰਕਾਰ ਸੀ। ਸੋ ਇਹ ਜਿਹੜਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਬੰਦ ਨਹੀਂ ਕੀਤੀ। ਜੋ ਮਨਮੋਹਨ ਸਿੰਘ ਜੀ ਅੱਜ ਦੀ ਡੇਟ ਚ ਸਟੇਟ ਔਰ ਸੈਂਟਰ ਦਾ ਸ਼ੇਅਰ ਕਿੰਨਾ? ਮੈਂ ਪਹਿਲਾਂ ਹੁਣ ਗੱਲ ਜਦੋਂ ਸਰਦਾਰ ਮਨਮੋਹਨ ਸਿੰਘ ਦੀ ਪਾਲਿਸੀ ਬਣਾਈ ਹੋਈ ਸੀ ਉਹਨੂੰ ਇਨ ਬਿਨ ਲਾਗੂ ਕੀਤਾ ਗਿਆ। ਹੁਣ ਜਿਹੜੀ ਹੈ ਇਸ ਸਾਲ ਜਿਹੜੀ ਕੇਂਦਰ ਸਰਕਾਰ ਨੇ ਉਹ ਚ ਸੋਧ ਕੀਤੀ ਹੈ ਕਿਉਂਕਿ ਸੂਬਾ ਸਰਕਾਰ ਦਾ 788 ਕਰੋੜ ਦੀ ਲਾਇਬਿਲਿਟੀ ਖੜੀ ਹੋ ਜਾਏਗੀ ਤਾਂ ਸੂਬਾ ਸਰਕਾਰ ਦੇ ਕੋਲ ਕਿਉਂਕਿ ਉਹ ਸਾਰੇ ਦਾ ਸਾਰਾ ਬਰਡਨ ਸੂਬਿਆਂ ਤੇ ਪੈ ਜਾਏਗਾ। ਕੇਂਦਰ ਸਰਕਾਰ ਨੇ ਸਮਾਂ ਸੂਬਿਆਂ ਦਾ ਬਰਡਨ ਘਟਾਇਆ ਔਰ ਉਹਨਾਂ ਨੇ ਕਿਹਾ ਕਿ ਜਿੰਨੀ ਡਿਮਾਂਡ ਹੋਏਗੀ ਅਦਰਵਾਈਜ਼ ਜੇ ਉਸ ਸਕੀਮ ਦੇ ਸਰਦਾਰ ਮਨਮੋਹਨ ਸਿੰਘ ਦੀ ਸਕੀਮ ਨੂੰ ਦੇਖਿਆ ਜਾਵੇ ਤਾਂ ਕੁਝ ਦੇਣਾ ਨਹੀਂ ਬਣਦਾ। ਪਰ ਕੇਂਦਰ ਸਰਕਾਰ ਨੇ ਇਹਨਾਂ ਦਾ ਬਰਡਨ ਘਟਾਉਂਦੇ ਹੋਏ ਇਹ ਕਿਹਾ ਕਿ ਜਿੰਨੀ ਵੀ ਡਿਮਾਂਡ ਇਸ ਵੇਲੇ ਹੋਏਗੀ ਉਹਦਾ 60% ਅਸੀਂ ਤੁਹਾਨੂੰ ਦਿਆਂਗੇ। ਸੋ ਇਹ ਤਾਂ ਉਹਨਾਂ ਨੂੰ ਸਹਾਇਤਾ ਕੀਤੀ ਹੈ। ਤੁਸੀਂ ਕਹੋ ਪਿੱਛੇ ਹੱਥ ਖੱਟਿਆ ਨਹੀਂ, ਇਹ ਅੱਗੇ ਵਧਿਆ, ਹੱਥ ਅੱਗੇ ਵਧਾ ਕੇ ਸੂਬਿਆਂ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਨੁਸੂਚਿਤ ਜਾਤੀ ਵਰਗ ਦੇ ਬੱਚੇ ਹਰਾਸ ਨਾ ਹੋਣ। ਸੋ ਹੁਣ ਜਿਹੜੀ ਆ ਸਕੀਮ ਦੇ ਵਿੱਚ ਉਹ 60% ਜਿਹੜਾ ਹੈ ਉਸ ਕੇਂਦਰ ਸਰਕਾਰ ਦੇਗੀ ਔਰ 40% ਜਿਹੜਾ ਆ ਉਹ ਸੂਬਾ ਸਰਕਾਰਾਂ ਨੂੰ ਜਿਹੜਾ ਦੇਣਾ ਪਏਗਾ। ਜਦ ਕਿ ਜੇ ਪਹਿਲਾਂ ਦੇ ਹਿਸਾਬ ਨਾਲ ਦੇਖਿਆ ਤਾਂ 800 ਕਰੋੜ ਰੁਪਏ ਸੂਬਾ ਸਰਕਾਰਾਂ ਨੂੰ ਦੇਣਾ ਪੈਣਾ ਸੀ। ਹੁਣ ਉਸ 800 ਕਰੋੜ ਦੇ ਵਿੱਚੋਂ 600 ਕਰੋੜ ਰੁਪਇਆ ਜਿਹੜਾ ਸੰਪਲਾ ਸਾਹਿਬ ਸਵਾਲ ਬਹੁਤ ਸਾਰੇ ਨੇ, ਅਸੀਂ ਇਸ ਇਸ਼ੂ ਨੂੰ ਮੈਂ ਆਖਰੀ ਤੁਹਾਡੇ ਕੋਲ ਸਵਾਲ ਲੈਣਾ ਚਾਹੁੰਦਾ, ਬਹੁਤ ਥੋੜੇ ਸ਼ਬਦਾਂ 'ਚ ਜਵਾਬ ਦਿਓ। ਜਿਨ੍ਹਾਂ ਨੂੰ ਨੁਕਸਾਨ ਹੋ ਗਿਆ ਵਿਦਿਆਰਥੀਆਂ ਦਾ ਉਹਨਾਂ ਦੇ ਕੰਪਨਸੇਸ਼ਨ ਦਾ ਕੀ? ਦੂਸਰੀ ਗੱਲ, ਜਿਹੜੇ ਸਰਕਾਰੀ ਤੇ ਪ੍ਰਾਈਵੇਟ ਇੰਸਟੀਚਿਊਟ ਹੁਣ ਰਹਿ ਚੁੱਕੇ ਬੱਚਿਆਂ ਦੇ ਕੋਲੋਂ ਫੀਸਾਂ ਮੰਗ ਰਹੇ ਆ ਇੰਸਟੀਚਿਊਟ ਅਦਾਰੇ, ਉਹਨਾਂ ਦਾ ਕੀ ਕਰੋਗੇ? ਦੇਖੋ ਅਕੋਰਡਿੰਗ ਟੂ ਰੂਲ ਤਾਂ ਸੂਬਾ ਸਰਕਾਰਾਂ ਨੂੰ ਉਸ ਪਾਲਿਸੀ ਨੂੰ ਇੰਪਲੀਮੈਂਟ ਕਰਨਾ ਹੁੰਦਾ ਔਰ ਕੋਈ ਵੀ ਪ੍ਰਾਈਵੇਟ ਸਕੂਲ ਜਿਹੜਾ ਆ ਉਹ ਬੱਚਿਆਂ ਕੋਲੋਂ ਫੀਸ ਨਹੀਂ ਲੈ ਸਕਦਾ ਹੁੰਦਾ ਔਰ ਐਡਮਿਸ਼ਨ ਕਰਾਉਣਾ ਔਰ ਉਹਨੂੰ ਇੰਪਲੀਮੈਂਟ ਕਰਾਉਣਾ ਇਹ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ 'ਚ ਹੁੰਦਾ। ਔਰ ਜਿਹੜੇ ਬੱਚੇ ਪਾਸ ਹੋ ਜਾਂਦੇ ਜਿਨ੍ਹਾਂ ਦੇ ਕਈਆਂ ਦੇ ਸਰਟੀਫਿਕੇਟ ਨਹੀਂ ਦਿੰਦੇ ਉਹ ਵੀ ਦਿਲਵਾਉਣਾ ਜਿਹੜਾ ਕੋਈ ਵੀ ਇੰਸਟੀਚਿਊਟ ਰੋਕ ਨਹੀਂ ਸਕਦਾ ਔਰ ਉਹਨੂੰ ਇੰਪਲੀਮੈਂਟ ਕਰਨ ਦੀ ਜ਼ਿੰਮੇਵਾਰੀ, ਮੈਂ ਸ਼ਬਦ ਜ਼ਿੰਮੇਵਾਰੀ ਇਸਤੇਮਾਲ ਕਰ, ਉਹ ਸੂਬਾ ਸਰਕਾਰਾਂ ਦੀ ਹੁੰਦੀ ਹੈ। ਅਗਰ ਕਿਸੇ ਨੂੰ ਸਰਟੀਫਿਕੇਟ ਨਹੀਂ ਮਿਲ ਰਿਹਾ ਜਾਂ ਐਡਮਿਸ਼ਨ ਨਹੀਂ ਮਿਲ ਰਹੀ ਉਹ ਕਸੂਰ ਸੂਬਾ ਸਰਕਾਰਾਂ ਦਾ ਹੋਗਾ। ਅਗਰ ਨਹੀਂ ਕੋਈ ਕਿਤੇ ਕਿਸੇ ਐਡਮਿਸ਼ਨ ਮਿਲਦੀ ਤਾਂ ਅਸੀਂ ਇੰਟਰਵੀਨ ਵੀ ਕਰਾਂਗੇ। ਅਗਰ ਕਿਤੇ ਹੋਈ ਤਾਂ ਉਹਦੇ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਏਗੀ ਅਸੀਂ ਕਰਾਂਗੇ। ਕਰੋਗੇ? ਇੰਸਟੀਟਿਊਸ਼ਨ ਤੇ ਵੀ ਕਾਰਵਾਈ ਕਰੋਗੇ? ਬਿਲਕੁਲ ਕਰਾਂਗੇ, ਕੋਈ ਵੀ ਹੋਵੇ। ਠੀਕ ਹੈ, ਕੁਝ ਹੋਰ ਸਵਾਲਾਂ ਦੀ ਵੀ ਅਸੀਂ ਗੱਲ ਕਰ ਲੈਂਦੇ ਹਾਂ। ਸੈਂਟਰ ਔਰ ਕਿਸਾਨਾਂ ਦਾ ਜਿਹੜਾ ਟਕਰਾਵ ਹੈਗਾ 6 ਮਹੀਨੇ ਲਗਭਗ ਇਹਨੂੰ ਹੋ ਚੁੱਕੇ ਆ। ਦੁਬਾਰਾ ਜਿਹੜੀ ਅੱਜ ਚਿੱਠੀ ਆਈ ਹੈ ਹੁਣ ਇਹ ਕਿਹਾ ਜਾ ਰਿਹਾ ਕਿ ਕਿਸਾਨਾਂ ਨੂੰ ਨਵੇਂ ਸਿਰੇ ਤੋਂ ਸੈਂਟਰ ਗਵਰਨਮੈਂਟ ਟਾਰਗੇਟ ਕਰ ਰਹੀ ਹੈ। ਇਸ ਚਿੱਠੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਸਰਹੱਦੀ ਜ਼ਿਲ੍ਹੇ ਆ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਤੇ ਅਬੋਹਰ ਦੇ ਵਿੱਚ ਯੂਪੀ, ਬਿਹਾਰ ਤੋਂ ਮਜ਼ਦੂਰ ਲਿਆਂਦੇ ਜਾਂਦੇ ਨੇ ਤੇ ਉਹਨਾਂ ਨੂੰ ਨਸ਼ਾ ਦੇ ਕੇ ਖੇਤਾਂ ਦੇ ਵਿੱਚ ਮਜ਼ਦੂਰੀ ਕਰਵਾਈ ਜਾਂਦੀ ਹੈ। ਹੁਣ ਇਹਨੂੰ ਇਸ ਤਰ੍ਹਾਂ ਦੇ ਨਾਲ ਵੀ ਸਮਝਿਆ ਜਾ ਰਿਹਾ ਕਿ ਕਿਸਾਨਾਂ ਨੂੰ ਸੈਂਟਰ ਸਰਕਾਰ ਨਵੇਂ ਢੰਗ ਦੇ ਨਾਲ ਬਦਨਾਮ ਕਰ ਰਹੀ ਹੈ। ਦੇਖੋ ਸੈਂਟਰ ਸਰਕਾਰ ਤਾਂ ਜੇ ਉਹਨਾਂ ਨੇ ਕੋਈ ਕੇਸ ਪੁੱਟ ਅਪ ਕੀਤਾ ਹੋਵੇ ਤਾਂ ਅਸੀਂ ਮੰਨ ਸਕਦੇ ਹਾਂ, ਪਰ ਜੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਲਿਆਉਣ ਦਾ ਕੰਮ ਅਗਰ ਮੀਡੀਆ ਨੇ ਕੀਤਾ, ਕਿਉਂਕਿ ਇਹ ਆਪਣੇ ਆਪ ਕਿਸੇ ਸਾਹਮਣੇ ਉਜਾਗਰ ਨਹੀਂ ਹੋਈਆਂ, ਇਹ ਸਾਰੀਆਂ ਚੀਜ਼ਾਂ ਨੂੰ ਉਜਾਗਰ ਕਿਹਨੇ ਕੀਤਾ? ਮੀਡੀਆ ਨੇ। ਔਰ ਮੀਡੀਆ ਨੇ ਕਰਕੇ ਉਹਨਾਂ ਨੂੰ ਬਕਾਇਦਾ ਉਹਨਾਂ ਨੂੰ ਸਟ੍ਰਿੰਗ ਵੀ ਕੀਤਾ ਔਰ ਅਧਿਕਾਰੀਆਂ ਨੇ ਉਹਨਾਂ ਨੂੰ ਫੜਿਆ ਵੀ ਹੈ, ਛੁਡਾਇਆ ਵੀ ਹੈ। ਹੁਣ ਇਹਦੇ 'ਚ ਜਦੋਂ ਛੁਡਾਇਆ ਉਹ ਫੜੇ ਕੇ ਨਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ, ਉਹ ਛੁਡਾਇਆ ਵੀ ਉਹਨਾਂ ਨੇ ਆ। ਸੋ ਜਦੋਂ ਸਾਰੀ ਪਿਕਚਰ ਸਾਹਮਣੇ ਆ ਗਈ ਤਾਂ ਫਿਰ ਬਲੇਮ ਆਪਣੀ ਚੀਜ਼ ਕਿਸੇ ਦੇ ਉੱਤੇ ਸਿੱਟਣ ਦੀ ਬਜਾਏ ਉਹਨੂੰ ਸਵੀਕਾਰ ਕਰਨਾ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਸੈਂਟਰ ਸਰਕਾਰ ਬਦਨਾਮ ਕਿਉਂ ਕਰੇਗੀ? ਸੈਂਟਰ ਅਗਰ ਸੂਬਾ ਸਰਕਾਰ ਬਦਨਾਮ ਹੋਏਗੀ ਤਾਂ ਦੇਸ਼ ਬਦਨਾਮ ਹੋਏਗਾ, ਤੇ ਦੇਸ਼ ਬਦਨਾਮ ਹੋਏਗਾ ਤੇ ਉਹ ਸੈਂਟਰ ਸਰਕਾਰ ਵੀ ਨਾਲ ਬਦਨਾਮ ਹੁੰਦੀ ਹੈ। ਇਸ ਕਰਕੇ ਇਹ ਜਿਹੜਾ ਝੂਠਾ ਕੂੜ ਪ੍ਰਚਾਰ ਹੈ ਇਹ ਵੀ ਨਹੀਂ ਹੋਣਾ। ਕਿਆ ਇਹ ਜਾ ਰਿਹਾ ਸੰਪਲਾ ਸਾਹਿਬ ਵੀ ਸੈਂਟਰ ਨੇ ਪਹਿਲੇ ਅੱਤਵਾਦੀ ਕਹਿ ਦਿੱਤਾ, ਵੱਖਵਾਦੀ ਕਹਿ ਦਿੱਤਾ, ਹੁਣ ਹੋਰ ਉਹ ਚੀਜ਼ਾਂ, ਉਹ ਵਾਲਾ ਜਿਹੜਾ ਨੈਰੇਟਿਵ ਸੀਗਾ ਉਹ ਸੈੱਟ ਨਹੀਂ ਹੋਇਆ, ਚੱਲ ਨਹੀਂ ਪਾਇਆ, ਤੇ ਹੁਣ ਇਹ ਨਵੀਂ ਗੱਲ ਕਹਿ ਦਿੱਤੀ ਕਿ ਤੁਸੀਂ ਯੂਪੀ, ਬਿਹਾਰ ਤੋਂ ਲੈ ਕੇ ਨਸ਼ਾ ਦੇ ਕੇ ਪੰਜਾਬ ਦੇ ਕਿਸਾਨ ਉਹਨਾਂ ਕੋਲ ਕੰਮ ਕਰਾ ਰਿਹਾ। ਨੈਰੇਟਿਵ ਇਹਨੂੰ ਇਸ ਤਰ੍ਹਾਂ ਨਾਲ ਲਿਆ ਜਾ ਰਿਹਾ। ਦੇਖੋ ਇਹ ਅਸੀਂ ਨਹੀਂ ਕੀਤਾ, ਮੈਂ ਫਿਰ ਕਹਾਂਗਾ ਇਹ ਤੁਹਾਡੀ ਮੀਡੀਆ ਦੇ ਲੋਕਾਂ ਨੇ ਉਜਾਗਰ ਕੀਤਾ
ਔਰ ਤੁਹਾਡੇ ਮੀਡੀਆ ਤੋਂ ਬਾਅਦ ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਬਿਆਨ ਹੈ ਸਰ, ਔਨ ਰਿਕਾਰਡ ਬਿਆਨ ਆ, ਮੈਂ ਵੀ ਤਾਂ ਇਹ ਕਹਿ ਰਿਹਾ ਕਿ ਔਨ ਰਿਕਾਰਡ ਬਿਆਨ ਆ, ਸੂਬਾ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਫੜਿਆ ਵੀ ਹੈ ਔਰ ਮੀਡੀਆ ਨੇ ਪੜਾਇਆ ਆ, ਤੇ ਬਦਨਾਮ ਉਹਦੇ ਚ ਸੂਬਾ ਕੇਂਦਰ ਸਰਕਾਰ ਕਰ ਰਹੀ ਹੈ, ਇਹ ਤਾਂ ਕਹਿਣਾ ਹੀ ਗਲਤ ਹੈ। ਸੋ ਇਹ ਇਸ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ। ਅਗਰ ਕਿਸੇ ਨੇ ਗਲਤੀ ਕੀਤੀ ਤਾਂ ਸਜ਼ਾ ਦਾ ਕੋਈ ਪਾਤਰ ਆ ਤੇ ਉਹਨੂੰ ਉਸ ਸਜ਼ਾ ਦੇ ਪਾਤਰ ਦੇ ਰੂਪ ਚ ਦੇਖਣਾ ਚਾਹੀਦਾ। ਔਰ ਪਹਿਲੀ ਗੱਲ ਤੇ ਉਹ ਜਿਸ ਤਰ੍ਹਾਂ 56 ਬੱਚੇ ਫੜੇ ਸੀ, ਉਹ ਸੈਂਟਰ ਗਵਰਨਮੈਂਟ ਨੇ ਨਹੀਂ ਆ ਕੇ ਫੜੇ, ਉਹ ਛੁਡਵਾਏ, ਜਿਹੜੀ ਫੜੇ ਨਹੀਂ ਛੁਡਵਾਏ, ਉਹ ਸੈਂਟਰ ਗਵਰਨਮੈਂਟ ਨੇ ਨਹੀਂ ਆ ਕੇ ਛੁਡਵਾਏ, ਉਹ ਸੂਬਾ ਸਰਕਾਰ ਦੇ ਲੋਕਾਂ ਨੇ ਆ ਕੇ ਛੁਡਵਾਏ ਸੀ, ਜਿਹਦੇ ਚ ਬਾਅਦ ਦੇ ਵਿੱਚ BSF ਵੀ ਉਹਦੇ ਚ ਇਨਵੋਲਵ ਸੀ। BSF ਨੇ ਫੜੇ ਸੀ, BSF ਨੇ ਵੀ ਫੜਨਾ, ਅੱਗੇ ਉਹਦਾ ਕੇਸ ਦਾ ਪਰਸਿਊ ਕਰਨਾ ਸੂਬਾ ਸਰਕਾਰ ਦਾ ਕੰਮ ਹੈ। ਸੋ ਜਿਹੜੀ ਉਹਦੇ ਤੇ ਕਾਰਵਾਈ ਕਰਨ ਦਾ ਕੰਮ ਸੀ ਉਹ ਸੂਬਾ ਸਰਕਾਰ ਦਾ ਕੀ ਸੀ, ਉਹਨਾਂ ਨੇ ਕੀਤੀ ਹੈ। ਅਗਰ ਉਹ ਕਾਰਵਾਈ ਕੀਤੀ ਹੈ ਤਾਂ ਉਹਦੀ ਤੱਥਾਂ ਦੇ ਉੱਤੇ ਰਿਪੋਰਟ ਸੂਬਾ ਸਰਕਾਰ ਉਹਦੇ ਤੇ ਆਪਣਾ ਜਿਹੜੀ ਆ ਰਿਪੋਰਟ ਦੇਵੇ ਨਾ, ਕਿ ਇਹ 'ਚ ਹੈ ਕੀ, ਹਕੀਕਤ ਕੀ ਹੈ, ਉਹ ਸੂਬਾ ਸਰਕਾਰ ਕਿਉਂ ਨਹੀਂ ਦੱਸੇ। ਦੂਸਰੀ ਚੀਜ਼, ਸੈਂਟਰ ਤੋਂ ਆਈਆਂ ਚਿੱਠੀਆਂ ਬੜੀਆਂ ਬੰਬ ਦੀ ਤਰ੍ਹਾਂ ਡਿੱਗ ਰਹੀਆਂ ਨੇ ਪੰਜਾਬ 'ਚ ਇਹਨਾਂ ਦਿਨੇ। ਪਿਊਸ਼ ਗੋਇਲ ਦੀ ਜਿਹੜੀ ਲੈਟਰ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜਿਹੜੀ DBT ਸਕੀਮ ਹੈ, ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਕਿਸਾਨਾਂ ਦੀ ਜਿਹੜੀ ਫਸਲ ਖਰੀਦੀ ਜਾਏਗੀ ਉਹਦਾ ਡਾਇਰੈਕਟ ਪੇਮੈਂਟ ਜਿਹੜੀ ਆ ਉਹ ਕਿਸਾਨਾਂ ਦੇ ਖਾਤੇ ਦੇ ਵਿੱਚ ਕੀਤੀ ਜਾਵੇ। ਹੁਣ ਇਸ ਚੀਜ਼ ਨੂੰ ਵੀ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਲੀਅਰ ਕਰ ਦਿੱਤਾ ਕਿ ਅਸੀਂ ਜਿਹੜਾ ਮੌਜੂਦਾ ਆੜਤੀਆ ਸਿਸਟਮ ਹੈਗਾ ਉਹਦੇ ਮੁਤਾਬਕ ਹੀ ਚੱਲਾਂਗੇ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਕਿਸਾਨਾਂ ਦਾ ਤੇ ਆੜਤੀਆਂ ਦਾ ਇੱਕ ਜਿਹਨੂੰ 9 ਮਾਸ ਦਾ ਰਿਸ਼ਤਾ ਕਹਿੰਦੇ ਪੰਜਾਬ 'ਚ, ਉਹਨੂੰ ਵੀ ਸਰਕਾਰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਸੈਂਟਰ ਗਵਰਨਮੈਂਟ ਦੁਬਾਰਾ ਤੋਂ, ਜਦ ਕਿ ਇੱਕ ਚੰਗੇ ਤਰੀਕੇ ਨਾਲ ਚੱਲਦਾ ਆ ਰਿਹਾ ਸਿਸਟਮ ਹੈਗਾ। ਦੇਖੋ ਬਮਲ ਜੀ, ਬਤੌਰ SC ਕਮਿਸ਼ਨ ਦੇ ਚੇਅਰਮੈਨ ਮੇਰਾ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਜ਼ਿਆਦਾ ਦਖਲਅੰਦਾਜ਼ੀ ਨਹੀਂ ਬਣਦੀ, ਪਰ ਕਿਉਂਕਿ ਇੱਕ ਨਾਗਰਿਕ ਵੀ ਹਾਂ ਮੈਂ, ਬਿਲਕੁਲ, ਔਰ ਬਹੁਤ ਸਾਰੇ ਕਿਸਾਨ SC ਵੀ ਹੋ ਸਕਦੇ ਆ, ਬਹੁਤ ਸਾਰੇ ਕਿਸਾਨ SC ਵੀ ਹੋ ਸਕਦੇ, ਬਹੁਤ ਸਾਰੇ ਆੜਤੀਏ ਵੀ SC ਹੋ ਸਕਦੇ ਆ, ਐਸਾ ਨਹੀਂ ਹੈ। ਪਰ ਮੇਰੇ ਇੱਕ ਜਿਹੜੀ ਇੱਕ ਦਾਇਰਾ ਹੁੰਦਾ, ਉਹਦੇ ਦਾਇਰੇ 'ਚ ਰਹਿ ਕੇ ਹੀ ਮੈਂ ਆਪਣੀ ਗੱਲ ਕਰਾਂਗਾ। ਹਾਂ, ਇਹ ਜ਼ਰੂਰ ਹੈ ਕਿ ਵੀ ਚਾਹੇ ਉਹ SC ਸੀ ਚਾਹੇ ਜਨਰਲ ਵਰਗ ਦੇ ਕਿਸਾਨ ਸੀ, ਸਾਰਿਆਂ ਦੀ ਇੱਕ ਬਹੁਤ ਵੱਡੀ ਡਿਮਾਂਡ ਰਹੀ ਹੈ ਕਿ ਸਾਨੂੰ ਜਿਹੜੇ ਹੈ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਟੌਤੀ ਹੁੰਦੀ, ਸਾਡੇ ਜਗ੍ਹਾ ਇੱਥੇ ਕੱਟ ਗਿਆ, ਇੱਥੇ ਕੱਟ ਗਿਆ, ਔਰ ਸਾਰੇ ਕਿਸਾਨ ਚਾਹੁੰਦੇ ਸੀ ਕਿ ਵੀ ਇਹ ਸਾਨੂੰ ਡਾਇਰੈਕਟ ਬੈਨੀਫਿਟ ਦੇਵੇ। ਮੈਂ ਫਿਰ ਕਹਾਂਗਾ ਕਿ ਮੇਰਾ ਪਾਲਿਸੀ ਮੈਟਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਾਲਿਸੀ ਬਣਾਉਣ ਦਾ ਕੰਮ ਸੂਬਾ ਸਰਕਾਰਾਂ ਦਾ, ਕੇਂਦਰ ਸਰਕਾਰਾਂ ਦਾ। ਸੋ ਉਹ ਸੂਬਾ ਸਰਕਾਰ ਨੇ ਪਾਲਿਸੀ ਬਣਾਈ ਹੈ ਜਾਂ ਕੇਂਦਰ ਸਰਕਾਰ ਨੇ ਬਣਾਈ ਹੈ ਅਲੱਗ ਤਰ੍ਹਾਂ, ਕਿਉਂਕਿ ਪਹਿਲਾਂ ਤਾਂ ਸੂਬਾ ਸਰਕਾਰਾਂ ਨੇ ਵੀ 2-4 ਵਾਰੀ ਇਹ ਗੱਲ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਡਾਇਰੈਕਟ ਜਿਹੜਾ ਕਿਸਾਨ ਨੂੰ ਫਾਇਦਾ ਹੋਵੇ, ਕਿਉਂਕਿ ਪੀੜਿਤ ਕੌਣ ਹੈ? ਕਿਸਾਨ। ਗਰੀਬ ਦਾ ਨੁਕਸਾਨ ਕਿਸ ਦਾ ਹੁੰਦਾ? ਉਹ ਕਿਸਾਨ ਦਾ ਹੁੰਦਾ। ਪਰ ਹੁਣ ਜਦੋਂ ਕਿਸਾਨ ਕਹਿ ਰਹੇ ਕਿ ਸਾਨੂੰ ਇਹ ਵੀ ਸਿਸਟਮ ਨਹੀਂ ਚਾਹੀਦਾ, ਸਾਡਾ ਆੜਤੀਆਂ ਦੇ ਨਾਲ ਠੀਕ ਚੱਲ ਰਿਹਾ, ਤੇ ਚੱਲਣ ਦੋ, ਕਿਉਂਕਿ ਇੱਕ 3 ਕਾਨੂੰਨਾਂ ਦਾ ਰਫੜ ਪਹਿਲੇ ਪਿਆ, ਚੌਥਾ ਅੱਗੇ ਸ਼ੁਰੂ ਕਰ ਲਿਆ। ਦੇਖिए ਹੁਣ ਤਾਂ ਸਿਰਫ ਇਸ ਕਰਕੇ ਆ ਕਿ ਵੀ ਅੜੀ ਵਾਲਾ ਕੰਮ ਹੈ, ਬਾਕੀ ਮੈਂ ਉਹਦੇ 'ਚ ਕੋਈ ਜ਼ਿਆਦਾ ਦਖਲਅੰਦਾਜ਼ੀ ਫਿਰ ਨਹੀਂ ਕਰਾਂਗਾ। ਪਰ ਇਹ ਵੀ ਕੇਂਦਰ ਸਰਕਾਰ ਨੇ ਕਿਹਾ ਤੇ ਇਸ ਕਰਕੇ ਨਹੀਂ ਮੰਨਣੀ, ਔਰ ਇਹ ਤਰੀਕਾ ਜਿਹੜਾ ਨਾ ਤਾਂ ਦੇਸ਼ ਦੇ ਹਿੱਤ 'ਚ ਨਾ ਸੂਬਿਆਂ ਦੇ ਹੱਕ 'ਚ ਹੈ। ਸੋ ਇਸ ਨੂੰ ਸੂਬਿਆਂ ਔਰ ਸੂਬੇ ਦੇ ਵਿੱਚ ਔਰ ਕੇਂਦਰ ਸਰਕਾਰ ਦੇ ਵਿੱਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ, ਜਿਹਦੀ ਕਿਤੇ ਘਾਟ ਜਿਹੜੀ ਆ ਉਹ ਸਾਨੂੰ ਦੇਖਣ ਨੂੰ ਮਿਲ ਰਹੀ ਆ। ਕਿਉਂਕਿ ਕਈ ਜਗ੍ਹਾ ਤੇ ਅਸੀਂ ਦੇਖਦੇ ਹਾਂ ਕਿ ਗੈਰ ਜ਼ਿੰਮੇਵਾਰਾਨਾ ਰੁੱਖ ਅਪਣਾਇਆ ਜਾਂਦਾ, ਜਦੋਂ ਉਦੋਂ ਇਹ ਘਾਟ ਦਾ ਜਿਹੜਾ ਹੋਰ ਵੱਧ ਕੇ ਜਿਹੜੀ ਪਾੜਾ ਵੱਧਦਾ ਜਾ ਰਿਹਾ, ਇਹਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਉਹਨੂੰ ਵਧਾਉਣ। ਇਹ ਕੋਸ਼ਿਸ਼ ਕਿਸ ਤਰ੍ਹਾਂ ਹੋਏਗੀ ਸਾਂਪਲਾ ਸਾਹਿਬ, ਜੋ ਤੁਸੀਂ ਜਿਸ ਪਾਸੇ ਇਸ਼ਾਰਾ ਕਰ ਰਹੇ ਹੋ, ਇਹ ਕੋਸ਼ਿਸ਼ ਕਿਸ ਤਰ੍ਹਾਂ ਦੇ ਨਾਲ ਹੋਏਗੀ? ਤੁਹਾਨੂੰ ਨਹੀਂ ਲੱਗਦਾ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ, ਤੁਸੀਂ ਤੁਹਾਡੇ ਵਰਗੇ ਵੱਡੇ ਲੀਡਰ ਹੈ ਜਿਹੜੇ ਜਾਂ ਹੋਰ ਲੀਡਰ, ਉਹਨਾਂ ਨੂੰ ਵੀ ਚੱਲ ਕੇ ਇੱਕ ਵਾਰੀ ਅੱਗੇ ਆ ਜਾਂਦੇ? ਮੈਨੂੰ ਪਤਾ ਤੁਹਾਡਾ ਦਾਇਰਾ ਹੈਗਾ, ਪਰ ਤੁਸੀਂ ਐਜ਼ ਇੱਕ ਬਤੌਰ ਇੱਕ ਨਾਗਰਿਕ ਦੇ ਤੌਰ ਤੇ ਗੱਲ ਕਰ ਸਕਦੇ ਹੋ, ਇੱਕ ਸੈਂਟਰ ਲਾਈਨ 'ਚ ਖੜ ਕੇ। ਦੇਖੋ ਸੈਂਟਰ ਲੈ ਕੇ ਇੱਕ ਨਾਗਰਿਕ ਦੇ ਰੁਖ ਦੇ ਉੱਤੇ, ਤੇ ਮੈਂ ਇਹ ਵੀ ਕਹਾਂਗਾ ਕਿ ਵੀ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਉਹ ਸੂਬੇ ਦਾ ਬਹੁਤ ਵੱਡਾ, ਸਭ ਤੋਂ ਵੱਡਾ ਪ੍ਰਮੁੱਖ ਹੁੰਦਾ ਹੈ, ਔਰ ਉਹ ਦਫ਼ਤਰ 'ਚ ਹੀ ਨਹੀਂ ਬੈਠੇਗਾ ਤੇ ਤਾਲਮੇਲ ਕਿੱਦਾਂ ਬੈਠੇਗਾ। ਬਾਕੀ ਮੈਂ ਇਹਦੇ ਤੇ ਕੋਈ ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਕਰਨਾ ਚਾਹੁੰਦਾ। ਲੋਕੀ ਪ੍ਰਧਾਨ ਮੰਤਰੀ ਦੇ ਬਾਰੇ ਵੀ ਇਹੀ ਕਹਿੰਦੇ ਉਹ ਵੀ ਨਹੀਂ ਬਹਿੰਦੇ, ਉਹ ਵੀ ਕਦੇ ਦੇਖੋ ਸਭ ਤੋਂ ਜ਼ਿਆਦਾ ਹਾਲੇ ਤੱਕ 7 ਸਾਲ ਦੇ ਵਿੱਚ ਉਹਨਾਂ ਨੇ ਇੱਕ ਦਿਨ ਦੀ ਵੀ ਛੁੱਟੀ ਨਹੀਂ ਲਈ, ਉਹ ਸਰਕਾਰੀ ਕੰਮਕਾਜ 'ਚ ਹੀ ਆ, ਔਰ ਉਹਨਾਂ ਨੂੰ ਕਿਤੇ ਵਿਹਲੇ ਬੈਠ ਕੇ ਕਿਤੇ ਮਸਤੀ 'ਚ ਕਦੀ ਨਹੀਂ ਦੇਖਿਆ ਹੋਣਾ ਕਿਸੇ ਨੇ ਵੀ। ਠੀਕ ਹੈ ਸਾਂਪਲਾ ਸਾਹਿਬ, ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੋਈ ਹੈ ਇਹਨਾਂ ਦਿਨਾਂ ਦੇ ਦੌਰਾਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ RSS ਦੇ ਖਿਲਾਫ, ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ RSS ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਪਹਿਲਾਂ ਤਾਂ ਜਿਹੜੀ ਇਸ ਚੀਜ਼ ਨੂੰ ਗਲਤ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ, ਉਸ ਚੀਜ਼ ਨੂੰ ਗਲਤ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ, ਔਰ ਦੂਸਰਾ ਜਿਹੜਾ SGPC ਦਾ ਮਤਾ ਵੀ ਆਇਆ,
ਸਾਡਾ ਇਹ ਉੱਥੇ ਜ਼ਰੂਰ ਕਹਿਣਾ ਆ ਕਿ ਵੀ ਸਿੱਖ ਸਮਾਜ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦਾ ਕੰਮ ਜਿਹੜਾ ਹੈ ਉਹ ਐਸਜੀਪੀਸੀ ਦਾ ਹੈ, ਔਰ ਉਹਦੇ ਨਾਲ ਗੁਰੂਆਂ ਦੇ ਸੰਦੇਸ਼ ਨੂੰ, ਗੁਰੂਆਂ ਦੀ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਕੰਮ ਵੀ ਐਸਜੀਪੀਸੀ ਦਾ ਆ। ਔਰ ਗੁਰੂਆਂ ਦਾ ਸਭ ਤੋਂ ਵੱਡਾ ਸੰਦੇਸ਼ ਆ ਸਾਂਝੀਵਾਲਤਾ ਦਾ ਸੰਦੇਸ਼ ਦੇਣਾ, ਉਹਨਾਂ ਦੀ ਬਾਣੀ ਦਾ ਪ੍ਰਚਾਰ ਦੇਣਾ। ਅਗਰ ਜੇ ਕਿਤੇ ਇਸ ਨੂੰ ਸਾਂਝੀਵਾਲਤਾ ਨੂੰ ਵਧਾਉਣ ਵੱਲ ਚਾਹੀਦਾ ਸੀ, ਯਾਨੀ ਭਾਵ ਜਿਹੜਾ ਐਸੀਆਂ ਦਾ ਔਰ ਜਨਰਲ ਕੈਟਾਗਰੀ ਦਾ, ਗੁਰਦੁਆਰੇ ਦੋਨਾਂ ਸਮਾਜ ਆਉਂਦੇ ਆ, ਜਨਰਲ ਸਮਾਜ ਦੇ ਵੀ, ਓਬੀਸੀ ਦੇ ਵੀ ਆ, ਰਵਿਦਾਸੀਆ ਸਮਾਜ ਦੇ ਵੀ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਮਨਵੈ ਬਿਠਾ ਕੇ ਉਹ ਇੱਕ ਕਰਨੇ ਚਾਹੀਦੇ। ਇਹ ਸਾਡਾ ਸਾਰਿਆਂ ਦਾ ਫਰਜ਼ ਹੋਣਾ ਚਾਹੀਦਾ। ਸਾਡੇ ਸ਼ਮਸ਼ਾਨ ਘਾਟ ਅਲੱਗ-ਅਲੱਗ ਹੈ, ਉਹਨਾਂ ਦੇ ਵਿੱਚ ਵੀ ਸਾਨੂੰ ਕਿਤੇ ਦਖਲਅੰਦਾਜ਼ੀ ਕਰਕੇ ਭਾਈਚਾਰਕ ਸਾਂਝ ਨੂੰ ਵਧਾਉਣਾ ਚਾਹੀਦਾ ਹੈ। ਇਸ ਚ ਤੁਸੀਂ ਮੈਂ ਜਿਹੜੇ ਕਹਿਣਾ ਕੀ ਚਾਹ ਰਿਹਾ ਕਿ ਸਾਡਾ ਜਿਹੜੇ ਗੁਰਦੁਆਰੇ ਅਲੱਗ-ਅਲੱਗ ਹੈ ਉਹ ਇਕੱਠੇ ਕਰਨੇ ਚਾਹੀਦੇ ਸੀ। ਭਾਵ ਗੁਰੂਆਂ ਦਾ ਸੰਦੇਸ਼ ਕੀ ਹੈ? ਸਾਂਝੀਵਾਲਤਾ ਵੱਲ ਜਾਣਾ, ਭਾਈਚਾਰਕ ਸਾਂਝ ਵਧਾਉਣਾ। ਆਪਾਂ ਇੱਕ ਦੂਸਰੇ ਦੇ ਬਾਈਕਾਟਾਂ ਵੱਲ ਤੁਰੇ ਜਾਂਦੇ, ਇੱਕ ਦੂਸਰੇ ਵੱਲ ਲੜਾਈਆਂ ਦੇ ਚੱਕਰ 'ਚ ਜਾਣਾ। ਇਹ ਮੇਰੀ ਅਪੀਲ ਬੇਨਤੀ ਜਿਹੜੀ ਆ, ਜੇ ਮੈਂ ਕਹੂੰ, ਕਿਉਂਕਿ ਐਜ਼ ਏ ਕਮਿਸ਼ਨ ਦੇ ਚੇਅਰਮੈਨ ਦੇ ਤਾਂ ਬਤੌਰੇ ਨਹੀਂ ਬਣਦਾ, ਪਰ ਐਜ਼ ਏ ਨਾਗਰਿਕ, ਇੱਕ ਇਨਸਾਨ ਦੇ ਨਾਤੇ ਮੇਰੀ ਇਹ ਅਪੀਲ ਹੈ, ਕਿਉਂਕਿ ਪੰਜਾਬੀ ਵੀ ਆ, ਗੁਰੂ ਗ੍ਰੰਥ ਸਾਹਿਬ 'ਚ ਮੈਂ ਆਸਥਾ ਵੀ ਰੱਖਦਾ ਆ, ਤੇ ਜੇ ਮੈਂ ਉਹਨੂੰ ਸ਼ੀਸ਼ ਝੁਕਾਉਣਾ ਆ, ਉਹਦੇ ਅੱਗੇ ਜਾ ਕੇ ਸ਼ੀਸ਼ ਝੁਕਾਉਣ ਜਾਣਾ ਆ, ਤੇ ਮੇਰੀ ਸ਼ਰਧਾ ਵੀ ਉਹਦੇ ਤੇ ਹੋਏਗੀ। ਤੇ ਇਸ ਕਰਕੇ ਮੇਰੀ ਤਾਂ ਅਪੀਲ ਕਰ ਸਕਦਾ ਕਿ ਸਾਂਝੀਵਾਲਤਾ ਵੱਲ ਨੂੰ ਤੁਰੀਏ, ਅਸੀਂ ਇਸ ਪੱਖ ਨੂੰ ਨਾ ਤੁਰੀਏ। ਜੇ ਤੁਹਾਨੂੰ ਲੱਗਦਾ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਕਰੀਬ 14,000 ਦੇ ਕਰੀਬ ਪਿੰਡ ਹੋ ਗਏ, ਸ਼ਾਇਦ 14,000 ਤੋਂ 12,500 ਖੂਨ ਗਿਣਤੀ ਜਿਹੜੀ ਹੈ 14,000 ਦੇ ਕਰੀਬ ਹੈਗੀ ਹੈ ਪਿੰਡਾਂ ਦੀ। ਪਰ ਹੁਣ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਅਜੇ ਵੀ ਪਿੰਡਾਂ 'ਚ ਜੇ ਗੁਰਦੁਆਰੇ ਅੱਡ-ਅੱਡ ਹੈ, ਸ਼ਮਸ਼ਾਨ ਘਾਟ ਅੱਡ-ਅੱਡ ਹੈ, ਕਸੂਰਵਾਰ ਐਸਜੀਪੀਸੀ ਹੈ? ਮੈਂ ਕਿਸੇ ਨੂੰ ਕਸੂਰਵਾਰ ਨਹੀਂ ਕਿਹਾ, ਕਸੂਰਵਾਰ ਤਾਂ ਸਿਸਟਮ ਹੋਏਗਾ। ਪਰ ਹੁਣ ਅਸੀਂ ਕੀ ਸੰਭਾਲ, ਸਾਡਾ ਕੰਮ ਕੀ ਹੈ? ਆਪਾਂ ਸਾਂਝੀਵਾਲਤਾ ਵੱਲ ਤੁਰੀਏ। ਆਪਾਂ ਗੁਰਦੁਆਰੇ ਜਿਹੜੀ ਅਸੀਂ ਮਾਨਵ ਕੀ ਜਾਤ ਸਭੇ ਇੱਕ ਪਹਿਚਾਨਵੋ, ਇਹ ਬਾਣੀ 'ਚ ਲਿਖਿਆ। ਇਹ ਬਾਣੀ ਆਪਾਂ ਜਦੋਂ ਸਾਰੇ ਰੋਜ਼ ਗੁਰਦੁਆਰਿਆਂ 'ਚ ਕਹਿੰਦੇ ਮਾਨਵ ਕੀ ਜਾਤ ਸਭ ਇੱਕ ਪਹਿਚਾਨਵੋ, ਤੇ ਐਸਜੀਪੀਸੀ ਦਾ ਕੰਮ ਆ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਨਾ। ਤੇ ਇਧਰ ਨੂੰ ਮੇਰੀ ਅਪੀਲ ਹੈ, ਮੈਂ ਸਪਸ਼ਟ ਕਰਦਾ ਕਿ ਐਜ਼ ਏ ਕਮਿਸ਼ਨ ਦੇ ਚੇਅਰਮੈਨ ਮੇਰਾ ਕੋਈ ਉਹਦੇ 'ਚ ਦਖਲਅੰਦਾਜ਼ੀ ਨਹੀਂ ਹੈ, ਪਰ ਮੈਂ ਇੱਕ ਨਾਗਰਿਕ ਹੋਣ ਦੇ ਨਾਤੇ ਮੇਰੀ ਅਪੀਲ ਹੈ ਕਿ ਅਸੀਂ ਇਸ ਪਾਸੇ ਨੂੰ ਉਤਰੀਏ, ਤਾਂ ਕਿ ਲੋਕ ਇਹ ਕਹਿਣ ਕਿ ਐਸਜੀਪੀਸੀ ਨੇ ਆਪਣਾ ਜਿਹੜਾ ਗੁਰੂਆਂ ਦਾ ਸੰਦੇਸ਼ ਸਾਂਝੀਵਾਲਤਾ ਵੱਲ ਦਾ ਸੀ, ਉਸ ਵੱਲ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਹਦਾ ਜਿਹੜਾ ਸੰਦੇਸ਼ ਦੇ ਨਾਲ ਪੰਜਾਬ ਮਜ਼ਬੂਤ ਹੋਏਗਾ। ਆਪਾਂ ਉਸ ਪੰਜਾਬ ਨੂੰ ਮਜ਼ਬੂਤ ਕਰੀਏ। ਪੰਜਾਬੀਅਤ, ਪੰਜਾਬੀ ਦੀ ਗੱਲ ਕਰਦੇ ਆ, ਤੇ ਸਾਂਝੀਵਾਲਤਾ ਦੀ ਗੱਲ ਕਰਦੇ ਆ, ਭਾਈਚਾਰਕ ਸਾਂਝ ਦੀ ਗੱਲ ਕਰਦੇ ਆ। ਸਾਡਾ ਸੰਦੇਸ਼ ਉਸ ਪਾਸੇ ਨੂੰ ਜਾਣਾ ਚਾਹੀਦਾ। ਤੁਹਾਡੀ ਅਪੀਲ ਠੀਕ ਹੈ, ਤੁਹਾਡੀ ਅਪੀਲ ਠੀਕ ਹੈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਕਹਿੰਦੇ ਨੇ ਆਰਐਸਐਸ ਬੈਨ ਹੋਣੀ ਚਾਹੀਦੀ ਹੈ। ਭਾਜਪਾ ਧਰੂਵੀਕਰਨ ਕਰਨਾ ਬਹੁਤ ਚੰਗਾ ਜਾਣਦੇ ਔਰ ਉਹੀ ਕਰ ਰਹੀ ਹੈ। ਦੇਖੋ, ਜਥੇਦਾਰ ਸਾਰਿਆਂ ਦੇ ਸਾਡੇ ਲਈ ਸਨਮਾਨਜਨਕ ਨੇ। ਅਕਾਲ ਤਖਤ ਦੇ ਅੱਗੇ ਸਾਰੇ ਵੱਡੇ ਵੱਡੇ ਸ਼ੀਸ਼ ਝੁਕਾਉਂਦੇ ਨੇ, ਉਹਨਾਂ 'ਚ ਮੈਂ ਵੀ ਹਾਂ, ਅਸੀਂ ਸਾਰੇ ਹੀ ਹਾਂ। ਪਰ ਸਾਨੂੰ ਵੀ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਕਿ ਸਾਡੀ ਲਿਮਟ, ਜਿੱਦਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਮੇਰੀ ਇਹ ਲਿਮਟ ਨਹੀਂ, ਮੇਰੀ ਇਹ ਲਿਮਟ ਨਹੀਂ, ਮੇਰੀ ਇੱਕ ਲਿਮਟ ਇਸ ਨਾਤੇ ਨਾਗਰਿਕ ਦੇ ਨਾਤੇ ਆ, ਮੇਰੀ ਇੱਕ ਲਿਮਟ ਅਧਿਕਾਰਿਕ ਰੂਪ 'ਚ ਹੈ, ਮੇਰੀ ਇੱਕ, ਮੈਂ ਉਹਦੇ 'ਚ ਕਿਸੇ ਨੂੰ ਕਹਾਂਗਾ ਕਿ ਮੈਂ ਇਹਦੇ 'ਚ ਇੰਟਰਵੀਨ ਕਰਾਂਗਾ। ਇਹ ਸਵਾਲ ਮੈਂ ਐਸਸੀ ਕਮਿਸ਼ਨ ਦੇ ਚੇਅਰਮੈਨ ਕੋਲ ਨਹੀਂ ਪੁੱਛ ਰਿਹਾ, ਇਹ ਸਵਾਲ ਮੈਂ ਬੀਜੇਪੀ ਦੇ ਵੱਡੇ ਲੀਡਰ ਕੋਲ ਪੁੱਛ ਰਿਹਾ। ਮੈਂ ਐਜ਼ ਏ ਬੀਜੇਪੀ ਦਾ ਲੀਡਰ ਕਰਕੇ ਕਿਤੇ ਨਹੀਂ ਦੇ ਸਕਦਾ। ਮੈਂ ਐਜ਼ ਏ ਜਾਂ ਤਾਂ ਦੇਸ਼ ਦਾ ਨਾਗਰਿਕ ਦੇ ਰੂਪ 'ਚ ਦੇ ਸਕਦਾ, ਜਾਂ ਐਸਸੀ ਕਮਿਸ਼ਨ ਦੇ ਰੂਪ 'ਚ। ਮੈਂ ਨਾਗਰਿਕ ਦੇ ਰੂਪ 'ਚ ਜਵਾਬ ਦੇ ਦਿਓ। ਨਾਗਰਿਕ ਦੇ ਰੂਪ 'ਚ ਇਹ ਕਹਿ ਰਿਹਾ ਕਿ ਜਥੇਦਾਰ ਸਾਹਿਬ ਸਾਡੇ ਲਈ, ਸਾਰਿਆਂ ਲਈ ਬਹੁਤ ਸਨਮਾਨਜਨਕ ਨੇ, ਔਰ ਉਹਨਾਂ ਦੇ ਪ੍ਰਤੀ ਉਹਨਾਂ ਦਾ ਜਿਹੜੀ ਆ ਸਾਰਿਆਂ ਨੂੰ ਸਮਾਨ ਨਜ਼ਰ ਦੇ ਨਾਲ ਦੇਖਣਾ, ਔਰ ਉਹਨਾਂ ਦੇ ਲਈ ਰਾਜਨੀਤਿਕ ਪਾਰਟੀਆਂ ਅਹਿਮੀਅਤ ਨਹੀਂ ਹੈ, ਉਹਨਾਂ ਲਈ ਪੰਥ ਅਹਿਮੀਅਤ ਰੱਖਦਾ ਆ। ਔਰ ਉਹ ਪੰਥ ਨੂੰ ਮੁੱਦੇ ਨਜ਼ਰ ਰੱਖਦੇ ਹੋਏ, ਐਸਜੀਪੀਸੀ ਨੂੰ ਰੱਖਦੇ ਹੋਏ, ਕਿਸੇ ਦਲਾਂ ਦੀ ਸਿਫਾਰਿਸ਼ ਨਾ ਕਰਨ। ਉਹ ਜਿਹੜੀ ਹੈ ਸਿੱਖ ਸਮਾਜ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ, ਉਹਦੇ ਤੇ ਅਗਰ ਕਰਨਗੇ ਤੇ ਸਮਾਜ ਉਹਨਾਂ ਦੇ ਪਿੱਛੇ ਹੋ ਕੇ ਚੱਲੇ। ਮੈਂ ਇਸ ਵਾਰ ਮੈਂ ਭਾਜਪਾ ਦੀ ਗੱਲ ਨਹੀਂ ਕਰ, ਹੁਣ ਮੈਂ ਦੇਖ ਰਿਹਾ ਕਿ ਜਿਹੜੇ ਸਾਬਕਾ ਜਥੇਦਾਰ ਹੈ, ਭਾਈ ਰਣਜੀਤ ਸਿੰਘ ਜੀ ਨੇ, ਭਾਈ ਜਸਵੀਰ ਸਿੰਘ ਰੋਡੇ ਜੀ ਨੇ, ਇਹ ਆ ਕੇ ਉੱਥੇ ਧਰਨਾ ਲਾ ਰਹੇ ਨੇ, ਜਿਹੜੀ ਕਿ ਇੱਕ ਮੇਰੀ ਜਿਹੜੀ ਕਿ ਪੀੜਾ ਆ
ਕਿ ਇੱਕ ਸਿੱਖ ਸਮਾਜ ਜਿਹੜੀ ਸਾਡੇ ਲਈ ਬਹੁਤ ਵੱਡਾ, ਅਸੀਂ ਕਹਿੰਦੇ ਆ ਕਿ ਵੱਡਾ ਸੰਦੇਸ਼ ਆ, ਬੜਾ ਉਹਦਾ ਵੱਡਾ ਵਿਰਸਾ ਆ, ਔਰ ਉਹਨੇ ਕੁਰਬਾਨੀਆਂ ਕੀਤੀਆਂ, ਸਾਂਝੀਵਾਲ ਦਾ ਸੰਦੇਸ਼ ਦਿੱਤਾ ਹੈ। ਪਰ ਜਿਹੜੇ ਸਾਬਕਾ ਜਥੇਦਾਰ ਆ, ਅਗਰ ਉਹ ਧਰਨੇ ਲਾਉਂਦੇ ਆ ਤੇ ਇਹਦੇ ਤੇ ਸਾਨੂੰ ਵਿਚਾਰ ਕਰਦੇ ਹੋਏ ਸਾਨੂੰ ਉਸ ਸਿੱਖ ਮਰਿਆਦਾਵਾਂ ਦਾ ਧਿਆਨ ਰੱਖਦੇ ਹੋ, ਉਹਨਾਂ ਦਾ ਖਿਆਲ ਰੱਖਣਾ ਚਾਹੀਦਾ, ਨਾ ਕਿ ਇਹਨੂੰ ਬਾਹਰ ਕੱਢ ਦਿਓ, ਇਹਨੂੰ ਅੰਦਰ ਕਰ ਲਓ, ਇਹਦਾ ਬੈਨ ਕਰ ਦਿਓ। ਇਹ ਸਾਡਾ ਕੰਮ ਨਹੀਂ ਆ। ਆਪਾਂ ਸਾਂਝੀਵਾਲਤਾ ਦੇ ਵੱਲ ਚੱਲੇ ਆ, ਸਾਂਝੀਵਾਲਤਾ ਵੱਲ ਚੱਲੀਏ ਔਰ ਇਨਸਾਨੀਅਤ ਨੂੰ, ਕਿਉਂਕਿ ਜਦੋਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਆ ਤੇ ਇਨਸਾਨੀਅਤ ਦੀ ਵੀ ਗੱਲ ਕਰਦੇ ਆ, ਜਦੋਂ ਗੁਰੂਆਂ ਦੇ ਜਿਹੜੇ ਬਾਣੀ ਦੀ ਗੱਲ ਕਰਦੇ ਆ, ਸਾਂਝੀਵਾਲਤਾ ਦੀ ਗੱਲ ਕਰਦੇ ਤਾਂ ਮਾਨਵਤਾ ਦੀ ਗੱਲ ਕਰਦੇ ਆ। ਆਪਾਂ ਮਾਨਵਤਾ ਵੱਲ ਦੀ ਚੱਲੀਏ। ਜਿਸ ਸਮੇਂ ਤੁਸੀਂ ਪੰਜਾਬ ਬੀਜੇਪੀ ਦੇ ਪ੍ਰਧਾਨ ਹੈਗੇ ਸੀ, ਜਿਸ ਸਮੇਂ ਤੁਸੀਂ ਪ੍ਰਧਾਨ ਸੀ, ਉਸ ਸਮੇਂ ਇਹ ਕਿਹਾ ਜਾਂਦਾ ਸੀਗਾ, ਬੜੀ ਰਾਜਨੀਤਿਕ ਚਰਚਾ ਰਹਿੰਦੀ ਸੀ ਕਿ ਅਕਾਲ ਤਖਤ ਸਾਹਿਬ ਤੋਂ ਜਾਂ ਐਸਜੀਪੀਸੀ ਤੋਂ ਜਿਹੜੇ ਫਰਮਾਨ ਨਿਕਲਦੇ ਆ, ਜੋ ਕੁਝ ਫੈਸਲੇ ਲਏ ਜਾਂਦੇ ਆ, ਉਸ ਤੇ ਆਰਐਸਐਸ ਦਾ ਪ੍ਰਭਾਵ ਹੁੰਦਾ। ਹੁਣ ਉਹੀ ਦੋ ਥਾਵਾਂ ਐਸੀਆਂ ਨੇ ਜਿੱਥੋਂ ਇਹ ਗੱਲ ਨਿਕਲ ਕੇ ਆ ਰਹੀ ਕਿ ਆਰਐਸਐਸ ਬੈਨ ਕਰ ਦੋ, ਇਹ ਧਰੂਵੀਕਰਨ ਕਰਦੀ ਹੈ। ਇਹ ਬਦਲਾਵ, ਇਹ 360 ਡਿਗਰੀ ਦਾ ਚੇਂਜ ਕਿਵੇਂ ਦੇਖਦੇ ਹੋ ਇੱਕ ਨਾਗਰਿਕ ਦੇ ਤੌਰ ਤੇ? ਤੁਸੀਂ ਜਿਹੜਾ ਸਵਾਲ ਕੀਤਾ ਇਹੀ ਜਵਾਬ ਹੈ ਕਿ ਵੀ ਪਹਿਲਾਂ ਤੁਸੀਂ ਉਹ ਕਹਿੰਦੇ ਸੀ ਕੁਝ ਹੋਰ ਕਹਿੰਦੇ ਸੀ, ਹੁਣ ਕੁਝ ਹੋਰ ਕਹਿੰਦੇ ਆ। ਇਹਦਾ ਮਤਲਬ ਕੀ ਹੈ ਕਿ ਸਮੇਂ ਦੇ ਅਨੁਕੂਲਤਾ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਤੁਸੀਂ ਕਹਿ ਲੈਂਦੇ, ਮੰਨ ਲੈਂਦੇ ਹੋ, ਕਹਿ ਲੈਂਦੇ ਹੋ। ਜਿਹੜੀ ਨਹੀਂ ਚੰਗੀ ਲੱਗਦੀ ਉਹ ਛੱਡ ਦਿੰਦੇ ਆ। ਮਿੱਠਾ ਮਿੱਠਾ ਗੜਮ ਤੇ ਕੋੜਾ ਕੋੜਾ ਥੂ, ਉਹ ਵਾਲੀ ਗੱਲ ਜਿਹੜੀ ਹੈਗੀ ਆ, ਮੇਰਾ ਖਿਆਲ ਤੁਹਾਡੇ ਸਵਾਲ ਦੇ ਵਿੱਚ ਹੀ ਬਹੁਤ ਵੱਡਾ ਜਵਾਬ ਛੁਪਿਆ ਜਵਾਬ ਸੀਗਾ। ਪਰ ਸਾਂਪਲਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਜਿੰਨੀ ਦੇਰ ਤੱਕ ਸਭ ਤੋਂ ਲੰਬਾ ਸਮਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ, ਉਹ ਕਹਿੰਦੇ ਪੰਜਾਬ ਦੀ ਖਾਸੀਅਤ ਹੈ ਪੰਜਾਬ ਦੀ ਕਮਿਊਨਲ ਹਾਰਮਨੀ, ਜਿਹੜੀ ਕਦੇ ਡਿਸਟਰਬ ਨਹੀਂ ਹੋਈ। ਤੁਹਾਨੂੰ ਲੱਗਦਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ, ਇਹ ਕਿਤੇ ਹਿੰਦੂ ਸਿੱਖ ਦਾ ਇਸ਼ੂ ਕ੍ਰੀਏਟ ਹੋ ਰਿਹਾ, ਇਹ ਕਿਤੇ ਪਾੜਾ ਵੱਧ ਰਿਹਾ? ਉਹਦੇ ਵਿੱਚ ਇੱਕ ਤੀਸਰਾ ਨਜ਼ਰੀਆ ਇਹ ਦੇਖਿਆ ਜਾਂਦਾ ਕਿ ਸੈਂਟਰ ਸਰਕਾਰ ਦੇ ਅਗੇਂਸਟ ਵੀ ਇੱਕ ਸਿੱਖਾਂ ਦੇ ਵਿੱਚ ਇੱਕ ਅਗੇਂਸਟ ਸੈਂਟੀਮੈਂਟ ਖੜਾ ਹੋ ਰਿਹਾ। ਜਿਸ ਤਰ੍ਹਾਂ ਕਦੇ ਕਾਂਗਰਸ ਦੇ ਬਾਰੇ ਕਹਿੰਦੇ ਸੀ ਐਂਟੀ ਸਿੱਖ ਹੈ, ਉਸੇ ਤਰ੍ਹਾਂ ਹੁਣ ਇੱਕ ਸਿੱਖਾਂ ਦਾ ਇੱਕ ਵੱਡਾ ਵਰਗ ਹੈ ਜਿਹੜਾ ਬੀਜੇਪੀ ਨੂੰ ਐਂਟੀ ਸਿੱਖ ਮੰਨ ਕੇ ਚੱਲ ਰਿਹਾ। ਦੇਖੋ, ਜਿੱਥੇ ਤੱਕ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਤੁਸੀਂ ਨਾਂ ਲਿਆ, ਉਹ ਬਹੁਤ ਵੱਡੇ, ਜਿਹਨੂੰ ਅਸੀਂ ਕਈ ਵਾਰੀ ਮੰਚਾਂ ਤੋਂ ਵੀ ਕਹਿੰਦੇ ਰਹੇ, ਸਿਆਸਤ ਦਰਵੇਸ਼ ਸਿਆਸਤਦਾਨ ਨੇ ਜਾਂ ਬਹੁਤ ਸੀਜ਼ਨਡ ਪੋਲੀਟੀਸ਼ੀਅਨ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਜਿੰਨਾ ਚਿਰ ਉਹਨਾਂ ਨੇ ਆਪਣੀ ਕਮਾਂਡ ਸੰਭਾਲੀ ਹੈ ਔਰ ਉਹਨਾਂ ਨੇ ਇਸ ਚੀਜ਼ ਨੂੰ, ਹਿੰਦੂ ਸਿੱਖ ਏਕਤਾ ਨੂੰ ਬਹਾਲ ਜਿਹੜੀ ਕਰਨ ਦੇ ਵਿੱਚ ਆਪਣਾ ਪੂਰਾ ਜ਼ੋਰ ਵੀ ਲਾਇਆ, ਉਹਦੇ 'ਚ ਕੋਈ ਸ਼ੱਕ ਵੀ ਨਹੀਂ। ਪਰ ਬਾਅਦ ਦੇ ਵਿੱਚ ਸਮੇਂ ਦੇ ਹਿਸਾਬ ਨਾਲ ਕਿਤੇ ਨਾ ਕਿਤੇ ਜਿਹੜੀ ਵਿਤਕਰੇ ਵੱਧਦੇ ਇੱਥੇ ਤੱਕ ਪਹੁੰਚ ਗਏ ਆ। ਔਰ ਉਹਦੇ 'ਚ ਜੇ ਕਹੀਏ ਕਿ ਵੀ ਕਿਸੇ ਵੀ, ਮੈਂ ਇੱਕ ਸਵੈਮ ਸੇਵਕ ਵੀ ਹਾਂ, ਦੇਸ਼ ਦਾ ਨਾਗਰਿਕ ਵੀ ਹਾਂ, ਚੇਅਰਮੈਨ ਵੀ ਹਾਂ ਔਰ ਇੱਕ ਸਵੈਮ ਸੇਵਕ ਵੀ ਹਾਂ। ਔਰ ਉਸ ਨਾਤੇ ਮੈਂ ਕਹਿ ਸਕਦਾ ਕਿ ਆਰਐਸਐਸ ਦੇ ਕਿਸੇ ਵੀ ਬਿਆਨ ਦੇ ਉੱਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕਿਸੇ ਦੇ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਵਾਲਾ ਹੈ। ਸੋ ਇਹ ਜਿਹੜਾ ਆ ਬਾਕੀ ਸੰਸ਼ਾਵਾਂ ਖੜੀਆਂ ਕਰਨਾ, ਇਹ ਬਹੁਤ ਵੱਡੇ ਜਿਹੜੇ ਛੜਯੰਤਰ ਦੇ। ਤੁਹਾਨੂੰ ਲੱਗ ਰਿਹਾ ਕਿ ਕਿਤੇ ਹਿੰਦੂ ਸਿੱਖ ਰਿਫਟ ਬਣ ਰਹੀ ਹੈ ਜਾਂ ਇਹੋ ਜਿਹੀਆਂ ਪੋਲੀਟੀਕਲ ਸਟੇਟਮੈਂਟਾਂ, ਹਾਲਾਂਕਿ ਇਹ ਧਾਰਮਿਕ ਸੰਸਥਾਵਾਂ ਤੋਂ ਉੱਠ ਕੇ ਆ ਰਹੀਆਂ ਨੇ ਪਰ ਇਹ ਪੋਲੀਟੀਕਲ ਹੀ ਮੰਨੀਆਂ ਜਾ ਰਹੀਆਂ ਨੇ? ਮੈਂ ਤਾਂ ਇਹ ਕਹਾਂਗਾ ਕਿ ਪੰਜਾਬ ਦਾ ਭਾਈਚਾਰਾ ਅਗਰ ਇਹ ਤੈਅ ਕਰ ਲਵੇ ਕਿ ਅਸੀਂ ਹਿੰਦੂ ਸਿੱਖ ਏਕਤਾ ਟੁੱਟਣ ਨਹੀਂ ਦੇਣਾ, ਤਾਂ ਕਿਸੇ ਦੇ ਵਿੱਚ ਹਿੰਮਤ ਨਹੀਂ ਹੈ, ਤੋੜ ਦੇਵੇ। ਔਰ ਜਦੋਂ ਸਾਡੇ ਪੰਜਾਬ ਦਾ ਨਾਗਰਿਕ ਮਜ਼ਬੂਤ ਹੋ ਗਏ, ਮਾਨਸਿਕ ਰੂਪ 'ਚ ਮਜ਼ਬੂਤ ਹੈ, ਤਾਂ ਕਿਸੇ ਦੀ ਹਿੰਮਤ ਨਹੀਂ ਹੋ ਸਕਦੀ। ਸਿਰਫ ਉਦੋਂ ਹੁੰਦੀ ਆ ਜਦੋਂ ਅਸੀਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ 'ਚ ਵੰਡ ਹੋ ਜਾਂਦੇ ਆ ਔਰ ਗੁਰੂਆਂ ਦੇ ਸੰਦੇਸ਼ ਨੂੰ ਭੁੱਲ ਜਾਂਦੇ ਆ। ਜਦੋਂ ਹੀ ਅਸੀਂ ਗੁਰੂਆਂ ਤੋਂ ਵੱਖ ਹੋਏ ਆ, ਉਹਨਾਂ ਦੇ ਸੰਦੇਸ਼ ਤੋਂ ਵੱਖ ਹੋਏ ਆ, ਤਾਂ ਬਹੁਤ ਸਾਰੇ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਜਨਮ ਲਿਆ ਔਰ ਸਮਾਜਿਕ ਬੁਰਾਈਆਂ ਕਰਕੇ ਬਹੁਤ ਸਾਰੇ ਵਿਤਕਰੇ ਵਧੇ ਆ। ਔਰ ਇਸ ਕਰਕੇ ਅਗਰ ਜੇ ਗੁਰੂਆਂ ਨੂੰ ਬਾਣੀ ਨੂੰ ਸਹੀ ਸਮਝਿਆ ਜਾਵੇ ਤਾਂ ਕਿਤੇ ਹਿੰਦੂ ਸਿੱਖ ਦੋ ਚੀਜ਼ਾਂ ਨਜ਼ਰ ਹੀ ਨਹੀਂ ਆਉਂਦੀਆਂ। ਸੋ ਇੱਕ ਚੀਜ਼ ਜਦੋਂ ਇੱਕ ਦੇਸ਼ ਦੇ ਇੱਕ ਨਾਗਰਿਕ ਹੋਣ ਦੇ ਰੂਪ 'ਚ ਨਜ਼ਰ ਆਉਂਦੀ ਹੈ ਤਾਂ ਫਿਰ ਉਹਦੇ 'ਚ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਕੇ ਮੇਰਾ ਖਿਆਲ ਉਹ ਕੋਈ ਬਹੁਤ ਵਧੀਆ ਮੈਸੇਜ ਨਹੀਂ ਆਪਾਂ ਦੇ ਰਹੇ। ਤੁਹਾਨੂੰ ਲੱਗ ਰਿਹਾ ਕਿ ਕਿਤੇ ਸਿੱਖ ਵਰਗ ਦੇ ਵਿੱਚ ਨਾਰਾਜ਼ਗੀ ਜਾਂ ਗੁੱਸਾ ਵਧਿਆ ਬੀਜੇਪੀ ਦੇ ਅਗੇਂਸਟ ਜਾਂ ਸੈਂਟਰ ਗਵਰਨਮੈਂਟ ਦੇ ਅਗੇਂਸਟ? ਇਹ ਮੈਂ ਸਵਾਲ ਇਸ ਲਈ ਕਰ ਰਿਹਾ ਕਿਉਂਕਿ ਸਿੱਖ ਵਰਗ ਹੀ ਵੱਡੇ ਪੱਧਰ ਦੇ ਉੱਤੇ ਕਿਸਾਨੀ ਨਾਲ ਜੁੜਿਆ ਹੋਇਆ ਔਰ ਇਹ ਇਨਸੀਡੈਂਟ ਦੀਆਂ ਇਸ ਸਾਰੇ ਸੈਂਟੀਮੈਂਟ ਦੀਆਂ ਤਾਰਾਂ ਜਾ ਕੇ ਜੁੜਦੀਆਂ ਨੇ ਮਲੋਟ ਦੇ ਵਿੱਚ, ਜਿੱਥੇ ਅਰੁਣ ਨਾਰੰਗ ਵਾਲਾ ਇਨਸੀਡੈਂਟ ਹੁੰਦਾ। ਦੇਖੋ, ਅਰੁਣ ਨਾਰੰਗ ਜੀ ਦਾ ਕਿਤੇ ਹਿੰਦੂ ਸਿੱਖ ਵਾਲਾ
ਕਿਤੇ ਇਸ਼ੂ ਨਹੀਂ ਹੈ। ਮੈਂ ਇਸ ਲਈ ਕਿਸਾਨੀ ਸ਼ਬਦ ਨਾਲ ਇਸਤੇਮਾਲ ਕੀਤਾ ਨਹੀਂ, ਮੈਂ ਕਹਾਂਗਾ ਕਿ ਉਹ ਕਿਸਾਨੀ ਦੇ ਨਾਲ ਜੁੜਿਆ ਵੀ ਨਹੀਂ ਆ। ਕਿਸਾਨੀ ਦੀ ਆੜ 'ਚ ਜਦੋਂ ਅਸੀਂ ਅਕਸਰ ਕਹਿੰਦੇ ਆ ਨਾ ਕਿ ਕਿਸਾਨੀ ਦੀ ਆੜ 'ਚ ਕੁਝ ਲੋਕ ਉਹਦਾ ਫਾਇਦਾ ਉਠਾ ਰਹੇ ਆ, ਜਦੋਂ ਅਸੀਂ ਇਹ ਕਹਿੰਦੇ ਆ ਕਿ ਕਿਸਾਨੀ ਦੀ ਆੜ 'ਚ, ਤੇ ਬਹੁਤ ਸਾਰੇ ਮੀਡੀਆ 'ਚ ਤੁਸੀਂ ਇਹ ਕਿਸਾਨਾਂ ਨੂੰ ਕਿਸਾਨੀ ਦੀ ਬੜਾ ਗੁੱਸੇ ਜਿਹੇ 'ਚ ਬੋਲਦੇ ਆ। ਔਰ ਇਹ ਸਾਹਮਣੇ ਚੀਜ਼ਾਂ ਜਿਹੜੀਆਂ ਆ ਰਹੀਆਂ, ਇਹ ਦੱਸ ਰਹੀਆਂ ਕਿ ਦੱਸੋ ਕਿਹੜੀ ਜਿਹੜੀ ਕਿਸਾਨ ਜਥੇਬੰਦੀ ਦਾ ਕਿਸੇ ਵੀ ਸੰਵਿਧਾਨ ਦੇ ਵਿੱਚ ਲਿਖਿਆ ਕਿ ਫਲਾਨੀ ਕਮਿਊਨਿਟੀ ਨੂੰ ਅਸੀਂ ਕੁੱਟਣਾ ਆ, ਔਰ ਕਿਸੇ ਤਰੀਕੇ ਨਾਲ ਇਸ ਤਰੀਕੇ ਨਾਲ ਹਾਲਾਤਾਂ ਦੇ ਨਾਲ ਉਹਦਾ ਸਮਰਥਨ ਕਰਨ ਵਾਲਾ, ਪਹਿਲਾਂ ਮੈਨੂੰ ਦੱਸੋ ਕਿ ਕੌਣ ਹੋ ਸਕਦਾ ਉਹ। ਔਰ ਸਭ ਤੋਂ ਬੜੀ ਗੱਲ ਹੈ ਕਿ ਜਿਹੜੇ ਉਹ ਕਰਾਉਣ ਵਾਲੇ ਆ, ਕਿੰਨੇ ਕਰਾਇਆ? ਇਹ ਤਾਂ ਦੇਖੋ ਬਾਕੀ ਜਗ੍ਹਾ ਤੇ ਸਟੇਟਮੈਂਟ ਆ ਰਹੀ ਹੈ। ਮੈਂ ਪਹਿਲਾਂ ਕਈ ਵਾਰੀ ਕਿਹਾ ਕਿ ਮੈਂ ਪੋਲੀਟੀਕਲ ਸਟੇਟਮੈਂਟ ਨਹੀਂ ਦੇ ਰਿਹਾ, ਪਰ ਮੈਂ ਹਾਲਾਤਾਂ ਦੇ ਉੱਤੇ ਚਿੰਤਿਤ ਹਾਂ ਕਿਉਂਕਿ ਮੈਂ ਪੰਜਾਬੀ ਵੀ ਹਾਂ, ਔਰ ਪੰਜਾਬੀ ਜਿਹੜੀ ਹੈ ਇਸ ਚੀਜ਼ ਦੇ ਕਲਚਰ ਨੂੰ ਇਸ ਤਰ੍ਹਾਂ ਦਾ ਕਦੀ ਨਹੀਂ ਰਿਹਾ ਕਿ ਪੰਜਾਬ ਦੇ ਵਿੱਚ ਹਮੇਸ਼ਾ ਇਨਸਾਨੀਅਤ। ਅਸੀਂ ਤਾਂ ਉਸ ਭਾਈ ਕਨਈਆ ਨੂੰ ਜਾਣਦੇ ਹਾਂ ਜਿਨ੍ਹਾਂ ਦੀ ਭਾਈ ਜੀ ਨੂੰ ਕਨਈਆ ਜੀ ਨੂੰ ਜਾਣਦੇ ਹਾਂ ਕਿ ਜਿਨ੍ਹਾਂ ਨੇ ਜਿਹੜੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਆ, ਦੁਸ਼ਮਣਾਂ ਦੇ ਮਰਨ ਵਾਲੇ ਲੋਕਾਂ ਨੂੰ ਵੀ ਪਾਣੀ ਪਿਲਾਇਆ, ਔਰ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਿ ਮੈਨੂੰ ਤਾਂ ਸਾਰੇ ਤੁਹਾਡੇ ਸਿੱਖ ਨਜ਼ਰ ਆਉਂਦੇ ਆ, ਇੱਥੇ ਤੁਹਾਨੂੰ ਕਿਉਂ ਦੋ ਦਿਸਣ ਲੱਗ ਪਏ? ਇਹ ਸਵਾਲ ਜਿਹੜਾ ਆ ਉਹਨਾਂ ਨੂੰ ਪੁੱਛਣ ਦੀ ਲੋੜ ਆ ਕਿ ਭਾਈ ਸਾਹਿਬ ਤੁਸੀਂ ਆਪੇ ਹੀ ਕਹਿੰਦੇ ਕਿ ਅਸੀਂ ਸਿੱਖ ਹੈ, ਤਾਂ ਫਿਰ ਉਹ ਭਾਈ ਕਨਈਆ ਜੀ ਦੀ ਤੁਸੀਂ ਪ੍ਰੇਰਣਾ ਤੋਂ ਕਿਉਂ ਭੁੱਲ ਗਏ? ਉਹੀ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਕਿਉਂ ਨਹੀਂ ਨਜ਼ਰ ਆ ਰਿਹਾ? ਉਹੀ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੇ ਰੂਪ ਦੇ ਵਿੱਚ ਉਸੇ ਉਹਨਾਂ ਦੇ ਅਨੁਯਾਈਆਂ ਦੇ ਰੂਪ 'ਚ ਕਿਉਂ ਨਹੀਂ ਨਜ਼ਰ ਆ ਰਹੇ? ਇਹ ਸਵਾਲ ਖੜੇ ਕਰਦਾ ਹੈ, ਔਰ ਇਹ ਇਨਸਾਨੀਅਤ ਦੇ ਖਿਲਾਫ ਆ, ਸਿੱਖ ਧਰਮ ਦੇ ਖਿਲਾਫ ਆ। ਕੋਈ ਇੱਕ ਵੀ ਧਰਮ ਜਿਹੜਾ ਐਸਾ ਇਸ ਚੀਜ਼ ਨੂੰ ਕਦੇ ਵੀ ਉਹ ਜਿਹੜਾ ਇਹਦਾ ਸਾਥ ਨਹੀਂ ਦੇਗਾ। ਔਰ ਮੈਂ ਕਹਿ ਰਿਹਾ ਕਿ ਮੰਚਾਂ ਤੋਂ ਕਹਿ ਜਾ ਰਿਹਾ, ਇਹ ਅਗਰ ਹੋ ਰਿਹਾ ਪੁਲਿਸ ਦੀ ਹਾਜ਼ਰੀ ਪਰ ਇਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ, ਛੋਟੀ ਜੀ ਗੱਲ ਦੇ ਉੱਤੇ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ। ਲਾਅ ਐਂਡ ਆਰਡਰ ਮਾੜਾ ਜਿਹਾ ਕੋਈ ਗੱਲ ਹੁੰਦੀ ਤਾਂ 751 ਕਰ ਦਿੰਦੇ ਹੋ, ਉਹਨਾਂ ਦੇ ਉੱਤੇ ਜਾ ਕੇ ਪਰਚੇ ਬੜੇ ਪਾ ਦਿੰਦੇ ਹੋ। ਐਡੀਆਂ ਗੱਲਾਂ ਹੋਣ ਡਈਆਂ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੀ, ਇਹ ਸਾਫ਼ ਨਜ਼ਰ ਆ ਰਿਹਾ। ਜ਼ਿੰਮੇਵਾਰ ਕੌਣ ਹੈ ਫਿਰ ਇਸ ਚੀਜ਼ ਦਾ? ਕਿਸਾਨ ਕਿ ਸਰਕਾਰ? ਸਰਕਾਰ, ਕਿਉਂਕਿ ਉਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ। ਇਸ ਤਰ੍ਹਾਂ ਦੇ ਭਾਸ਼ਣ ਕਿਹਨੇ ਰੋਕਣੇ ਆ? ਇਸ ਤਰ੍ਹਾਂ ਦਾ ਜੇ 60 ਬੰਦੇ ਆ ਤੇ 200 ਆਦਮੀ ਪੁਲਿਸ ਦਾ ਆ ਤੇ ਫਿਰ ਕਿੱਦਾਂ ਕੱਪੜੇ ਫਾੜ ਦਿੱਤੇ? ਇਹ ਸਾਰਾ ਕੁਝ ਸਾਹਮਣੇ। ਸਾਂਪਲਾ ਸਾਹਿਬ, ਇਹ ਮਤਲਬ ਇਹ ਚੀਜ਼ਾਂ ਦੋਨੋਂ ਪਾਸੇ ਦੇਖਣ ਦੀ ਲੋੜ ਹੈਗੀ ਆ। ਤੁਹਾਨੂੰ ਨਹੀਂ ਲੱਗਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕਿਸਾਨਾਂ ਨੇ ਕਰਤਾ, ਸਰਕਾਰ ਦੀ ਜ਼ਿੰਮੇਵਾਰੀ ਸੀ ਉਹਨੂੰ ਰੋਕਣਾ, ਪਰ ਇਹ ਵੀ ਤੁਸੀਂ ਦੇਖੋ ਕਿ ਜਦੋਂ ਦਿੱਲੀ ਦੇ ਵਿੱਚ 21 ਜਨਵਰੀ 2021 ਨੂੰ ਕਿਸਾਨਾਂ ਦੇ ਕੈਂਪਾਂ ਤੇ ਹਮਲਾ ਹੁੰਦਾ ਸਿੰਘੂ ਬਾਰਡਰ ਦੇ ਉੱਤੇ, ਔਰ ਉੱਥੇ ਵੀ ਬਹੁਤ ਸਾਰੀ ਪੁਲਿਸ ਫੋਰਸ ਆ ਪਰ ਉਹ ਰੋਕਦੀ ਨਹੀਂ। ਦੇਖੋ ਐਸਾ ਕਿਤੇ ਨਹੀਂ ਹੋਇਆ, ਬਿਲਕੁਲ ਹੋਇਆ। ਪੁਲਿਸ ਕਿਤੇ ਦਖਲਅੰਦਾਜ਼ੀ ਨਹੀਂ ਕੀਤੀ। ਇਹੀ ਤੇ ਦਖਲਅੰਦਾਜ਼ੀ ਕਰਨੀ ਚਾਹੀਦੀ ਸੀਗੀ। ਉਹ ਐਸਾ ਨਹੀਂ ਹੈ ਕਿ ਉਹਦੇ 'ਚ ਜ਼ਖਮੀ ਹੋਇਆ, ਆਖਰ ਪੁਲਿਸ ਜ਼ਖਮ ਵਿੱਚ ਦਖਲਅੰਦਾਜ਼ੀ ਕਰਨ ਗਈ ਤਾਂ ਹੀ ਉਹਨਾਂ ਦੇ ਤਲਵਾਰਾਂ ਲੱਗੀਆਂ, ਤਾਂ ਹੀ ਉਹਨਾਂ ਨੂੰ ਦਿਖਾਇਆ, ਉਹਨਾਂ ਨੇ ਵੀਡੀਓ ਜਾਰੀ ਕੀਤੀਆਂ ਆ। ਐਸਾ ਨਹੀਂ ਕਿ ਉੱਥੇ ਗਈਆਂ ਨਹੀਂ, ਪਰ ਹੌਸਲੇ ਇੰਨੇ ਕੁ ਵਧਵਾ ਦਿੱਤੇ, ਉਹ ਵੀ ਠੀਕ ਨਹੀਂ ਹੈ। ਹੌਸਲੇ ਉਹਨਾਂ ਦੇ ਬੁਲੰਦ ਹੋਣੇ ਚਾਹੀਦੇ। ਮੈਂ ਕਹਿੰਦਾ ਪੰਜਾਬੀਆਂ ਦੇ ਹੌਸਲੇ ਇਸ ਤੋਂ ਵੀ ਜ਼ਿਆਦਾ ਬੁਲੰਦ ਹੋਣੇ ਚਾਹੀਦੇ ਆ, ਪਰ ਇਨਸਾਨੀਅਤ ਨੂੰ ਵੀ ਮੋਹਰੇ ਰੱਖ ਕੇ ਹੋਣੇ ਚਾਹੀਦੇ ਆ। ਇਨਸਾਨੀਅਤ ਨੂੰ ਭੁਲਾ ਕੇ ਹੌਸਲੇ ਬੁਲੰਦ ਹੋਣਗੇ, ਉਹ ਠੀਕ ਨਹੀਂ ਹੈ। ਨਾ ਉਹਨਾਂ ਲਈ ਵੀ ਨਹੀਂ, ਉਹਨਾਂ ਦੇ ਲਈ ਵੀ ਭਵਿੱਖ ਦੇ ਲਈ ਠੀਕ ਨਹੀਂ। ਕੱਲ ਨੂੰ ਭਵਿੱਖ ਦੇ ਵਿੱਚ ਉਹਨਾਂ ਦੇ ਬੱਚੇ ਦੇਖ ਕੇ ਵੀ ਉਹਨਾਂ ਦੇ ਲਈ ਕੋਈ ਬਹੁਤ ਵੱਡਾ ਸਤਿਕਾਰ ਰੱਖਣਗੇ, ਐਸਾ ਨਹੀਂ ਹੋਏਗਾ। ਸੋ ਉਹਨਾਂ ਦੇ ਭਵਿੱਖ ਦੇ ਲਈ ਵੀ ਹੈ। ਜਦੋਂ ਅਸੀਂ ਗੁਰੂਆਂ ਦੀ ਬਾਣੀ ਨੂੰ ਹੀ ਭੁੱਲ ਜਾਾਂਗੇ, ਗੁਰੂਆਂ ਦੇ ਉਸ ਸਿਧਾਂਤਾਂ ਨੂੰ ਹੀ ਭੁੱਲ ਜਾਾਂਗੇ। ਇਹ ਤਾਂ ਕਦੀ ਔਰੰਗਜ਼ੇਬ ਦੇ ਵੇਲੇ ਵੀ ਨੰਗੇ ਨਹੀਂ ਕਰਕੇ ਕੀਤਾ ਸੀ, ਉਹਨਾਂ ਨੇ ਵੀ ਧੌਣਾ ਲਾਈਆਂ, ਪਰ ਉਹਨਾਂ ਨੇ ਵੀ ਬੇਇੱਜ਼ਤ ਕਰਕੇ ਇਨਸਾਨੀਅਤ ਨੂੰ ਇਸ ਤਰੀਕੇ ਨਾਲ ਸ਼ਰਮਸ਼ਾਰ ਉਸ ਵੇਲੇ ਵੀ ਨਹੀਂ ਕੀਤੇ, ਤਾਂ ਉਦੋਂ ਵੀ ਵਧਿਆ। ਤੁਸੀਂ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ, ਸੋਸ਼ਲ ਮੀਡੀਆ ਦਾ ਜ਼ਮਾਨਾ, ਹੁਣ ਚਰਚਾਵਾਂ ਇਹ ਸੋਸ਼ਲ ਮੀਡੀਆ ਤੇ ਡਿਬੇਟ ਇਸ ਗੱਲ ਤੇ ਵੀ ਹੋ ਰਹੀ ਹੈ। ਕੁਝ ਬੀਜੇਪੀ ਦੇ ਫਾਲੋਅਰਸ ਨੇ, ਕੁਝ ਆਮ ਲੋਕ ਨੇ, ਗੱਲ ਇਸ ਗੱਲ ਤੇ ਵੀ ਹੋ ਰਹੀ ਹੈ ਕਿ ਜੇਕਰ ਅਰੁਣ ਨਾਰੰਗ ਦੀ ਕੁੱਟਮਾਰ ਤੋਂ ਬੀਜੇਪੀ ਇੰਨਾ ਰਿਐਕਟ ਕਰ ਰਹੀ ਹੈ ਤੇ ਜਦੋਂ 300 ਕਿਸਾਨ ਮਰੇ ਬੀਜੇਪੀ ਦੇ ਲੀਡਰ ਉਦੋਂ ਰਿਐਕਟ ਕਿਉਂ ਨਹੀਂ ਕਰ ਰਹੇ? ਕਿਉਂ ਆਪਣੀਆਂ ਰੈਲੀਆਂ ਦੇ ਵਿੱਚ ਬਿਜ਼ੀ ਨੇ, ਮਸਤ ਨੇ? ਦੇਖੋ ਗੱਲ ਇਦਾਂ ਹੈ ਕਿ ਵੀ ਕਿਸਾਨਾਂ ਨੂੰ ਬੀਜੇਪੀ ਨੇ ਨਹੀਂ ਮਾਰਿਆ ਆ। ਮੈਂ ਫਿਰ ਵਕਾਲਤ ਬੀਜੇਪੀ ਦੀ ਨਹੀਂ ਕਰਾਂਗਾ, ਮੈਂ ਵੈਸੇ ਇੱਕ ਜਨਰਲ ਗੱਲ ਕਰਾਂਗਾ ਕਿ ਕਿਸਾਨਾਂ ਨੂੰ ਬੀਜੇਪੀ ਨੇ ਨਹੀਂ ਮਾਰਿਆ। ਇੱਥੇ ਅਰੁਣ ਨਾਰੰਗ ਨੂੰ ਕਿਸਾਨਾਂ ਦੀ ਆੜ 'ਚ ਮਾਰਿਆ ਗਿਆ ਔਰ ਝੰਡੇ ਲੈ ਕੇ ਮਾਰਿਆ ਗਿਆ। ਔਰ ਜੇ ਉਹਨਾਂ ਦੇ ਲੀਡਰਾਂ ਨੇ ਇਹ ਕਿਉਂ ਨਹੀਂ ਇਹਦਾ ਖੰਡਨ ਕੀਤਾ? ਇਹ ਸਾਡਾ ਇਹਦਾ ਹੈ। ਜੇ ਤਾਂ ਉੱਥੇ ਕੋਈ ਮਾਰਨ ਗਿਆ ਤਾਂ ਉਹਨਾਂ ਦੇ ਦੋਸ਼ੀ ਕਹਿ ਦਿਓ। ਇੱਥੇ ਤਾਂ ਸਿੱਧਾ ਹਮਲਾ ਕਰਨ ਡਏ ਆ। ਹਮਲੇ ਦੇ ਵਿੱਚ ਤੇ ਉਹਦੇ 'ਚ ਬੜਾ ਅੰਤਰ ਹੈ। ਸੋ ਇਹ ਚੀਜ਼ਾਂ ਨੂੰ ਤੁਸੀਂ ਆਪਾਂ ਇਸ ਨਜ਼ਰੀਏ ਨਾਲ ਨਾ ਦੇਖੀਏ। ਅਸੀਂ ਜੇ ਕਹਿੰਦੇ ਆ ਕਿ ਤੁਹਾਡਾ ਬੀਜੇਪੀ ਦੇ ਪ੍ਰਤੀ ਵਿਰੋਧ ਆ, ਬੀਜੇਪੀ ਇੱਕ ਰਾਜਨੀਤਿਕ ਦਲ ਹੈ, ਉਹਦਾ ਵੋਟਾਂ ਦੇ ਵਿੱਚ ਕਰੋ ਨਾ ਬਹਿਸ਼ਕਾਰ, ਵੋਟ ਨਾ ਪਾਓ। ਤੁਹਾਨੂੰ ਕੋਈ ਜ਼ਬਰਦਸਤੀ ਵੋਟ ਪਾਉਂਦਾ ਕਿਸੇ ਨੂੰ?
ਰਾਜਨੀਤਿਕ ਪਾਰਟੀ ਦਾ ਅਧਿਕਾਰ ਉਹਨੂੰ ਜਿਤਾਉਣਾ, ਉਹਨੂੰ ਹਰਾਉਣਾ, ਉਹਦੇ ਲਈ ਵੋਟ ਹੈ। ਉਹਦੇ ਨਾਲ ਤੁਸੀਂ ਪ੍ਰਧਾਨ ਰਹੇ ਹੋ ਬੀਜੇਪੀ ਦੇ। ਮੈਂ ਜਿਹੜੀ ਗੱਲ ਕਰ ਰਿਹਾ, ਤੁਹਾਨੂੰ ਸਵਾਲ ਇੱਕ ਇਹਦੇ ਨਾਲ, ਮੈਂ ਜਿਹੜੀ ਪਹਿਲਾਂ ਗੱਲ ਕਰ ਰਿਹਾ, ਪਰ ਵੋਟ ਪਾਉਣਾ ਅਧਿਕਾਰ ਤੁਹਾਡਾ ਹੈ। ਵੋਟ ਕੌਣ ਚੰਗਾ ਲੱਗਦਾ ਉਹਨੂੰ ਪਾਉਣਾ ਤੁਹਾਡਾ ਹੈ। ਰਾਜਨੀਤਿਕ ਦੀ ਲੜਾਈ ਦੇ ਵਿੱਚ ਸਿਰਫ ਇੱਕੋ ਹੀ ਹਥਿਆਰ ਹੈ, ਉਹ ਹੈ ਵੋਟ। ਪਰ ਉਹਦੇ ਚ ਡਾਂਗ, ਸੋਟਾ, ਤਲਵਾਰ ਹਥਿਆਰ ਨਹੀਂ ਆ, ਉਹ ਮਾਨਵੀय ਆ ਔਰ ਗੈਰ ਕਾਨੂੰਨੀ ਆ ਔਰ ਉਹਨੂੰ ਵਰਤਣ ਵਾਲਾ ਨਿੰਦਨੀ ਹੈ। ਸੀ ਵੋਟਰ ਦਾ ਸਰਵੇ ਕਹਿੰਦਾ ਐਤਕੀ ਵੋਟਾਂ ਵੀ ਨਹੀਂ ਪੈ ਰਹੀਆਂ ਬੀਜੇਪੀ ਨੂੰ ਪੰਜਾਬ 'ਚ। ਮੈਂ ਕਹਿੰਦਾ ਕਿ ਮੈਂ ਬੀਜੇਪੀ ਦੀ ਵਕਾਲਤ ਕਰ ਹੀ ਨਹੀਂ ਰਿਹਾ। ਸਰਵੇ ਨੂੰ ਕਿਵੇਂ ਦੇਖਿਆ? ਮੈਂ ਜਦ ਵਕਾਲਤ ਹੀ ਨਹੀਂ ਕਰ ਰਿਹਾ, ਮੈਂ ਰਾਜਨੀਤੀ ਦੀ ਵਕਾਲਤ ਨਹੀਂ ਕਰ ਰਿਹਾ। ਮੈਂ ਤਾਂ ਜਦੋਂ ਵਿਜੇ ਸਾਂਪਲਾ ਇੱਕ ਨਾਗਰਿਕ 10 ਦਿਨ ਪੰਜਾਬ ਦੇ ਨਾਗਰਿਕ, ਹੁਸ਼ਿਆਰਪੁਰ ਦੇ ਸਾਬਕਾ ਐਮਪੀ, ਸਾਬਕਾ ਪ੍ਰਧਾਨ ਹੋਣ ਦੇ ਨਾਤੇ ਦੱਸ ਦਿਓ, ਸੀ ਵੋਟਰ ਦੇ ਸਰਵੇ ਨੂੰ ਕਿਵੇਂ ਦੇਖਿਆ? ਮੈਂ ਅੱਜ ਦੀ ਡੇਟ ਦੇ ਉੱਤੇ ਸਰਵੇ ਦੇ ਉੱਤੇ ਕੋਈ ਚਰਚਾ ਨਹੀਂ ਕਰਾਂਗਾ, ਨਾ ਮੈਂ ਵੋਟ ਦੀ ਗੱਲ ਕਰਾਂਗਾ। ਅੱਜ ਮੈਂ ਇਨਸਾਨੀਅਤ ਦੀ, ਮਾਨਵਤਾ ਦੀ, ਪੰਜਾਬ ਦੀ, ਪੰਜਾਬੀਅਤ ਦੀ ਔਰ ਉਹਦੀ ਰਖਵਾਲੀ, ਜਿਹੜੀ ਗੁਰੂਆਂ ਦੀ ਬਾਣੀ ਦੀ ਰਖਵਾਲੀ ਕਰਨ ਦੇ ਲਈ ਪੰਜਾਬੀਆਂ ਨੂੰ ਆਹਵਾਨ ਕਰਾਂਗਾ। ਅੱਜ ਦਾ ਮੇਰਾ ਸਿਰਫ ਇਹੀ ਰਹੇਗਾ। ਔਰ ਜਦੋਂ ਆਏਗੀ ਰਾਜਨੀਤੀ ਦੀ ਗੱਲ, ਉਦੋਂ ਮੈਂ ਰਾਜਨੀਤੀ 'ਚ ਹੋਊਂਗਾ ਤੇ ਮੈਂ ਰਾਜਨੀਤੀ ਦੀ ਗੱਲ ਕਰਾਂਗਾ। ਅੱਜ ਮੈਂ ਰਾਜਨੀਤੀ ਤੋਂ ਬਾਹਰ ਹੈ, ਇਸ ਕਰਕੇ ਮੈਂ ਕਿਸੇ ਦੀ ਵਕਾਲਤ ਨਹੀਂ ਕਰ ਰਿਹਾ। ਆਖਰੀ ਸਵਾਲ, ਐਸਸੀ ਕਮਿਸ਼ਨ ਦੇ, ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਤੋਂ ਮੈਂ ਆਖਰੀ ਸਵਾਲ ਪੁੱਛਦਾ, ਤੁਹਾਡੇ ਕਮਿਸ਼ਨ ਨਾਲ ਰਿਲੇਟਡ ਜਿਹੜੇ ਸਟੂਡੈਂਟਸ ਦਾ, ਹੁਣ ਮੈਂ ਉਸੇ ਇਸ਼ੂ ਤੇ ਦੁਬਾਰਾ ਆ ਰਿਹਾ, ਜਿਹੜੇ ਸਟੂਡੈਂਟਸ ਹੁਣ ਰਹਿ ਗਏ ਦਾਖਲਾ ਲੈਣ ਤੋਂ ਜਾਂ ਜਿਨ੍ਹਾਂ ਕੋਈ ਇੰਸਟੀਟਿਊਸ਼ਨ ਫੀਸਾਂ ਮੰਗ ਰਹੇ ਆ, ਕਿੰਨੇ ਦਿਨਾਂ ਤੱਕ ਤੁਸੀਂ ਇੱਕ ਟਾਈਮ ਫਰੇਮ ਦੱਸ ਸਕਦੇ ਹੋ? ਇੰਨੇ ਦਿਨਾਂ ਤੱਕ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕੁਝ ਕਰ ਦੋਗੇ? ਤੁਸੀਂ ਸੈਂਟਰ ਨੂੰ ਰეკਮੈਂਡ ਕਰ ਦੋਗੇ, ਸਟੇਟ ਨੂੰ ਕਰ ਦੋਗੇ? ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਕੀਮ ਬਣਾਉਣਾ ਸਾਡਾ ਕੰਮ ਨਹੀਂ। 31 ਮਾਰਚ ਤੱਕ ਦੇਣਾ ਹੈ ਸਮਾਂ, 31 ਮਾਰਚ ਤੋਂ ਵਧਾਣਾ, ਉਹਨੂੰ ਅੱਗੇ ਕਰਨਾ, ਉਹਨੂੰ ਨਹੀਂ ਕਰਨਾ, ਇਹ ਕੰਮ ਜਾਂ ਤਾਂ ਸੂਬਾ ਸਰਕਾਰਾਂ ਦਾ ਜਾਂ ਕੇਂਦਰ ਸਰਕਾਰਾਂ ਦਾ, ਇਹ ਕਮਿਸ਼ਨ ਦਾ ਕੰਮ ਨਹੀਂ ਹੈ। ਇਸ ਕਰਕੇ ਕਿੰਨੇ ਦਿਨਾਂ 'ਚ ਹੋਏਗਾ ਇਹਦਾ ਜਵਾਬ ਮੈਂ ਨਹੀਂ, ਇਹ ਕੇਂਦਰ ਸਰਕਾਰ ਦੇ ਲੋਕ ਦੇ ਸਕਦੇ ਨੇ ਜਾਂ ਸੂਬਾ ਸਰਕਾਰ ਦੇ ਲੋਕ ਜਿਹੜੇ ਆ ਉਹ ਇਸ ਨਾਲ ਰਿਲੇਟਡ ਉਹ ਦੇਣਗੇ। ਬਹੁਤ ਬਹੁਤ ਧੰਨਵਾਦ ਸਾਂਪਲਾ ਸਾਹਿਬ ਸਮੇਂ ਦੇਣ ਦੇ ਲਈ। ਸੋ ਇਸ ਸਨ ਵਿਜੇ ਸਾਂਪਲਾ, ਜਿਨ੍ਹਾਂ ਕੋ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਵੱਖ-ਵੱਖ ਸਵਾਲ ਕੀਤੇ, ਉਹਨਾਂ ਨੇ ਜਵਾਬ ਵੀ ਦਿੱਤੇ। ਹਾਲਾਂਕਿ ਰਾਜਨੀਤਿਕ ਮਸਲਿਆਂ ਤੇ ਉਹ ਜਵਾਬ ਨਹੀਂ ਦੇਣਾ ਚਾਹੁੰਦੇ ਫਿਲਹਾਲ, ਕਿਉਂਕਿ ਉਹ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਹੈਗੇ ਨੇ। ਪਰ ਇੱਕ ਨਾਗਰਿਕ ਹੋਣ ਦੇ ਤੌਰ ਤੇ ਉਹਨਾਂ ਨੇ ਬੀਜੇਪੀ ਤੇ ਉੱਠਦੇ ਸਵਾਲਾਂ ਦਾ ਵੀ ਜਵਾਬ ਦਿੱਤਾ, ਆਰਐਸਐਸ ਦੇ ਉੱਤੇ ਉੱਠਦੇ ਸਵਾਲਾਂ ਦਾ ਵੀ ਜਵਾਬ ਦਿੱਤਾ। ਜਵਾਬ ਦਾ ਅੰਕਲਨ ਕਿਸ ਤਰ੍ਹਾਂ ਨਾਲ ਕਰਨਾ ਹੈ ਉਹ ਇੰਟਰਵਿਊ ਦੇਖਣ ਵਾਲੇ ਖੁਦ ਕਰ ਸਕਦੇ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।